अवले अल्लाह नूर पाया कुदरत के सब बंदे, एक ਨੂਰ ਤੇ ਸਭ ਜਗ੍ਹਾ ਉਪਜਿਆ ਕੌਣ ਭਲੇ ਕੌਣ ਮੰਦੇ। ਇਸੇ ਗੱਲ ਨੂੰ ਪੂਰਦੇ ਹੋਏ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਕੈਲਗਰੀ ਬੈਤਨੂਰ ਮਸਜਿਦ ਤੋਂ ਅਹਿਮਦੀਆ ਮੁਸਲਿਮ ਜਮਾਤ ਦੇ ਨਾਸਿਰ ਮੁਹੰਮਦ ਬੱਟ ਅਤੇ ਉਮੇਰ ਖਾਨ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜਾ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਆ ਉਸ ਬਾਰੇ, ਅਤੇ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਰੋਜ਼ਿਆਂ ਦੀ ਕੀ ਮਹੱਤਤਾ ਹੁੰਦੀ ਆ। ਸੋ ਆਓ ਗੱਲ ਕਰਦੇ ਹਾਂ ਨਾਸਿਰ ਮੁਹੰਮਦ ਬੱਟ ਅਤੇ ਉਮੇਰ ਖਾਨ ਸਾਹਿਬ ਨਾਲ। ਸਾਡੇ ਸ਼ੋਅ 'ਚ ਬਹੁਤ ਬਹੁਤ ਸਵਾਗਤ ਹੈ ਨਾਸਿਰ ਮਹਿਮੂਦ ਬੱਟ ਸਾਹਿਬ ਦਾ ਅਤੇ ਨਾਲ ਉਮੇਰ ਖਾਨ ਸਾਹਿਬ ਜੀ। ਸ਼ੁਕਰੀਆ ਬਹੁਤ ਬਹੁਤ ਦਵਿੰਦਰ ਜੀ, ਥੈਂਕ ਯੂ ਫॉर ਹੈਵਿੰਗ ਅਸ। ਅਤੇ ਜੀ ਸਭ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਜੇ ਕੈਨੇਡਾ 'ਚ ਕਦੋਂ ਆਏ ਅਤੇ ਉਸ ਤੋਂ ਪਹਿਲਾਂ ਤੁਸੀਂ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚ ਰਹਿ ਰਹੇ ਸੀ? ਸ਼ੁਕਰੀਆ ਬਹੁਤ ਬਹੁਤ ਦਵਿੰਦਰ ਜੀ। ਮੇਰਾ ਨਾਮ ਨਾਸਿਰ ਮਹਿਮੂਦ ਬੱਟ ਔਰ ਅਹਿਮਦੀਆ ਮੁਸਲਿਮ ਜਮਾਤ ਕੈਲਗਰੀ ਕੈਨੇਡਾ ਦੇ ਵਿੱਚ ਮੈਂ ਇਮਾਮ ਅਤੇ ਮਿਸ਼ਨਰੀ ਦੇ ਤੌਰ 'ਤੇ ਡਿਊਟੀ ਕਰ ਰਿਹਾ ਵਾਂ। ਮੈਂ ਕੈਨੇਡਾ ਦੇ ਵਿੱਚ ਤਾਂ ਆਇਆ ਸੀ 1999 'ਚ ਔਰ ਉਸ ਤੋਂ ਪਹਿਲੇ ਪਾਕਿਸਤਾਨ ਦੇ ਵਿੱਚ ਸੀ। ਔਰ ਬੁਨਿਆਦੀ ਤੌਰ 'ਤੇ ਮੈਂ ਮੇਰੇ ਨਾਲ ਸਾਥੀ ਉਮੇਰ ਖਾਨ ਅਸੀਂ ਆਪਣੀ ਜ਼ਿੰਦਗੀ ਵਕਫ ਕੀਤੀ ਹੈ ਆਪਣੀ ਕਮਿਊਨਿਟੀ ਵਾਸਤੇ। ਔਰ ਪਾਕਿਸਤਾਨ ਦੇ ਵਿੱਚ ਮੇਰਾ ਜ਼ਿਲ੍ਹਾ ਸਿਆਲਕੋਟ ਹੈ, ਬਿਲਕੁਲ ਇੰਡੀਆ ਦੇ ਬਾਰਡਰ 'ਤੇ ਜਿਹੜਾ ਸ਼ਹਿਰ ਹੈ। ਔਰ ਮੈਂ ਪਾਕਿਸਤਾਨ ਦੇ ਵਿੱਚ 1990 ਦੇ ਵਿੱਚ ਗ੍ਰੈਜੂਏਟ ਕੀਤਾ ਸੀ, ਆਪਣੇ ਤਾਲੀਮ ਮੁਕੰਮਲ ਕੀਤੀ ਸੀ। ਔਰ ਸਾਡਾ ਇੱਕ ਅਹਿਮਦੀਆ ਮੁਸਲਿਮ ਜਮਾਤ ਦੀ ਯੂਨੀਵਰਸਿਟੀ ਹੈ, ਅਹਿਮਦੀਆ ਯੂਨੀਵਰਸਿਟੀ, ਔਰ ਉਸ ਦੇ ਵਿੱਚ 7 ਸਾਲ ਦਾ ਕੰਪਰੀਹੈਂਸਿਵ ਕੋਰਸ ਮੁਕੰਮਲ ਕਰਨ ਤੋਂ ਬਾਅਦ ਜਿਹਦੇ ਵਿੱਚ ਕੁਰਾਨ, ਹਦੀਸ ਔਰ ਕੰਪੈਰੇਟਿਵ ਸਟੱਡੀਜ਼ ਔਰ ਡਿਫਰੈਂਟ ਰਿਲੀਜਨਸ ਦੇ ਮੁਤਲਕ ਵੀ ਸਾਰੀ ਤਾਲੀਮਾਤ ਜਿਹੜੀਆਂ ਨੇ ਬੇਸਿਕ ਸਾਰੀਆਂ ਦਿੱਤੀਆਂ ਜਾਂਦੀਆਂ ਨੇ, ਉਹ ਮੁਕੰਮਲ ਕੀਤਾ। ਅਤੇ ਫਿਰ ਤਕਰੀਬਨ 10 ਸਾਲ ਪਾਕਿਸਤਾਨ ਦੇ ਵਿੱਚ ਮੈਂ ਮੌਕਾ ਮਿਲਿਆ ਖਿਦਮਤ ਕਰਨ ਦਾ। ਔਰ ਕੋਈ ਪਿਛਲੇ ਤਕਰੀਬਨ 14-15 ਸਾਲ ਤੋਂ ਮੈਂ ਕੈਨੇਡਾ ਦੇ ਵਿੱਚ। ਵਾਹ ਜੀ ਵਾਹ, ਸਾਡੇ ਸ਼ਹਿਰ ਦੇ ਕਰਮ ਨੇ ਜੀ, ਤੁਸੀਂ ਇੱਥੇ ਹੋ। ਅਤੇ ਉਮੇਰ ਸਾਹਿਬ, ਜੇ ਤੁਸੀਂ ਆਪਣੀ ਸ਼ੁਰੂਆਤ ਕਿੱਥੋਂ ਕੀਤੀ, ਜਿਵੇਂ ਕਿ ਕੈਨੇਡਾ ਦੇ ਵਿੱਚ ਆਏ ਉਹ ਤੋਂ ਪਹਿਲਾਂ ਕਿੱਥੇ ਰਹਿ ਰਹੇ ਸੀਗੇ? Well, I was born in Karachi, Pakistan, and after being born in Karachi, we moved to Africa. My father worked in Liberia as a volunteer doctor for the Ahmadiyya Muslim Jamaat, and then we moved to Toronto in 1990 and lived in the United States also. And then in 2000, we moved to Calgary. And in 2004, as Nasir Saab has mentioned, we have a university in Toronto for people that devote their life for serving Islam. So I got my training there for 7 years. And in 2012, when I completed, we were sent overseas for some more training and experience in the field. So I was posted in Sierra Leone in West Africa for 5 months. And we also toured other places where our community has its headquarters to learn the administrative work of the community. And last year, around August, I was posted officially in Calgary. So right now I'm working with Nasir Saab at Baitanur Mosque. ਵਾਹ ਜੀ ਵਾਹ, ਮਤਲਬ ਕਮਿਊਨਿਟੀ ਦੀ ਸੇਵਾ ਜਿਹੜੀ ਆ ਭਰਪੂਰ ਕੀਤੀ ਜਾ ਰਹੀ ਆ। ਅਤੇ ਇਸ ਤੋਂ ਬਾਅਦ ਬਹੁਤ ਇਸ ਵਾਰੀ ਸਾਰੇ ਜਗਤ ਵਿੱਚ, ਸਾਰੀ ਦੁਨੀਆ ਦੇ ਵਿੱਚ ਰਮਦਾਨ ਦਾ ਅਤੇ ਰਮਜ਼ਾਨ, ਇਹ 2 ਵਰਡ ਨੇ ਜੀ ਆਪਾਂ ਯੂਜ਼ ਕਰਦੇ ਹਾਂ। ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਦਰਸ਼ਕਾਂ ਨੂੰ ਦੱਸੋ, ਇੱਕ ਤਾਂ ਰਮਦਾਨ ਔਰ ਰਮਜ਼ਾਨ ਅਸੀਂ ਯੂਜ਼ ਕਰਦੇ ਹਾਂ, ਇਹਨਾਂ 'ਚ ਕੋਈ ਡਿਫਰੈਂਸ ਆ ਜਾਂ ਸੇਮ ਵਰਡਸ ਨੇ? ਬੁਨਿਆਦੀ ਤੌਰ 'ਤੇ ਸੇਮ ਵਰਡ ਹੈ ਰਮਜ਼ਾਨ, ਔਰ ਜਿਹੜਾ ਅੰਦਰ ਇੱਕ ਲੈਟਰ ਹੈ ਜ਼ਵਾਤ, ਉਹਨੂੰ ਬਾਜ਼ ਲੋਕ ਪ੍ਰੋਨੰਸੀਏਟ ਜ਼ਵਾਤ ਦੀ ਬਜਾਏ ਦੁਆਤ ਕਰਦੇ ਨੇ। ਅਤੇ ਰਮਜ਼ਾਨ ਅਤੇ ਰਮਦਾਨ ਦੋਨੋਂ ਹੀ ਜਿਹੜੇ ਨੇ ਨਾ ਉਹ ਦਰੁਸਤ ਹੈ ਨੇ। ਬਾਜ਼ ਔਕਾਤ ਬੰਦੇ ਦੀ ਜ਼ੁਬਾਨ 'ਤੇ ਇੱਕ ਲੈਟਰ ਜਿਹੜਾ ਨਾ ਉਹ ਨਹੀਂ ਚੜ੍ਹਦਾ ਕੋਈ ਵੀ, ਉਹ ਅਗਰ ਜਿਸ ਤਰ੍ਹਾਂ ਵੀ ਅਦਾ ਕਰ ਦੇਵੇ ਉਹ ਬਿਹਤਰ ਹੈ, ਠੀਕ ਹੈ। ਬਾਜ਼ ਕੌਮਾਂ ਦੇ ਜ਼ੁਬਾਨ ਦੇ ਉੱਤੇ ਬਾਜ਼ ਚੀਜ਼ਾਂ, ਬਾਜ਼ ਲਫ਼ਜ਼ ਜਿਹੜੇ ਨੇ ਉਸੇ ਤਰ੍ਹਾਂ ਨਹੀਂ ਚੜ੍ਹਦੇ ਜਿਸ ਤਰ੍ਹਾਂ ਹੁੰਦੇ ਨੇ। ਮਸਲਨ
ਸਾਡੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਇੱਕ ਮੰਨਣ ਵਾਲੇ ਸਨ ਅਫਰੀਕਾ ਦੇ, ਉਹ ਜਿਹੜੀ ਨਮਾਜ਼ ਤੋਂ ਪਹਿਲਾਂ ਅਸੀਂ ਅਜ਼ਾਨ ਦਿੰਦੇ ਹਾਂ, ਉਹ ਅਜ਼ਾਨ ਦੇ ਵਿੱਚ ਇੱਕ ਲਫ਼ਜ਼ ਬੋਲਿਆ ਜਾਂਦਾ ਹੈ ਅਸ਼ਹਦੁ ਅੱਲਾ ਇਲਾਹਾ ਇਲੱਲਾ। ਠੀਕ ਤੇ ਉਹਨਾਂ ਕੋਲੋਂ ਸ਼ੀਨ ਨਹੀਂ ਸੀ ਬੋਲੀ ਜਾਂਦੀ ਹੁੰਦੀ, ਉਹ ਹਮੇਸ਼ਾ ਅਸ਼ਹਦੁ ਕਹਿੰਦੇ ਸਨ। ਓਕੇ। ਤੇ ਉਸ ਦੇ ਉੱਤੇ ਜਿਹੜਾ ਸੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਸਨ, ਉਹਨਾਂ ਨੇ ਕਹਿਣਾ ਕਿ ਉਹਨਾਂ ਦਾ ਨਾਮ ਸੀ ਬਲਾਲ, ਹਜ਼ਰਤ ਬਲਾਲ, ਅਤੇ ਉਹਨਾਂ ਨੇ ਕਹਿਣਾ ਕਿ ਬਲਾਲ ਦਾ ਜਿਹੜਾ ਅਸ਼ਹਦੁ ਦੀ ਬਜਾਏ ਅਸ਼ਹਦੁ ਕਹਿੰਦਾ ਨਾ, ਉਹ ਹੀ ਮੈਨੂੰ ਬੜਾ ਸੋਹਣਾ ਲੱਗਦਾ ਹੈ, ਕਿਉਂਕਿ ਉਹਦੀ ਜ਼ੁਬਾਨ 'ਚੋਂ ਸ਼ੀਨ ਨਹੀਂ ਸੀ ਬੋਲੀ ਜਾ ਸਕਦੀ, ਅਤੇ ਉਹ ਸੀਨ ਹੀ ਜਿਹੜੀ ਸੀ ਉਹਦੀ ਬੜੀ ਖੂਬਸੂਰਤ ਅਤੇ ਅੱਛੀ ਲੱਗਦੀ ਸੀ। ਅਤੇ ਇਸੇ ਤਰ੍ਹਾਂ ਹੀ ਰਮਜ਼ਾਨ ਦਾ ਲਫ਼ਜ਼ ਜਿਹੜਾ ਉਹ ਦੋਨੋਂ ਤਰ੍ਹਾਂ ਹੀ ਠੀਕ ਹੈ। ਅਸਲ ਲਫ਼ਜ਼ ਜਿਹੜਾ ਵਾ ਨਾ ਉਹ ਤਾਂ ਜ਼ੁਆਦ ਹੀ ਹੈ, ਰਮਜ਼ਾਨ, ਲੇਕਿਨ ਉਸ ਨੂੰ ਅਗਰ ਰਮਦਾਨ ਵੀ ਬੰਦਾ ਕਹਿ ਦੇ ਤਾਂ ਠੀਕ ਹੈ, ਉਸ ਦੀ ਕੋਈ ਹਰਜ ਨਹੀਂ। ਕੋਈ ਮਤਲਬ ਭਾਵਨਾਵਾਂ ਦਿਲ ਦੀਆਂ ਹੋਣੀਆਂ ਚਾਹੀਦੀਆਂ ਨੇ। ਅਸਲ ਚੀਜ਼ ਹੈ ਵੇ ਕਿ ਜਿਹੜਾ ਮੈਸੇਜ ਹੈ ਉਹ ਸਾਨੂੰ ਲੈਣਾ ਚਾਹੀਦਾ ਕਿ ਕੀ ਹੈ, ਨਾ ਕਿ ਲਫ਼ਜ਼ਾਂ ਦੇ ਪਿੱਛੇ ਬੰਦਾ ਜਾਏ। ਸਹੀ ਜੀ। ਸੋ ਭਾਵਨਾਵਾਂ ਜੇ ਅਸੀਂ ਸਹੀ ਤਰੀਕੇ ਜਾਣਨੀਆਂ ਨੇ ਤਾਂ ਸਭ ਤੋਂ ਪਹਿਲਾਂ ਮੈਂ ਇਹੀ ਪੁੱਛਣਾ ਚਾਹੂੰਗਾ ਕਿ ਰਮਦਾਨ ਦਾ ਜਿਹੜਾ ਤਿਉਹਾਰ ਹੈ ਇਹ ਕਿਹੜੇ ਪੱਖ ਤੋਂ ਮਨਾਇਆ ਜਾਂਦਾ ਹੈ, ਇਸ ਪਿੱਛੇ ਕੀ ਇਤਿਹਾਸ ਹੈ ਜੀ? ਬੁਨਿਆਦੀ ਤੌਰ 'ਤੇ ਇਸਲਾਮ ਦੇ 5 ਬੁਨਿਆਦੀ ਰੁਕਨ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲਾ ਕਲਮਾ ਤੈਯਬਾ ਹੈ ਜਿਹੜਾ ਅਸੀਂ ਪੜ੍ਹਨੇ ਆ, ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁल्लाह, ਔਰ ਦੂਸਰਾ ਨਮਾਜ਼ ਹੈ, ਜਿਹੜੀਆਂ 5 ਨਮਾਜ਼ਾਂ ਪੜ੍ਹੀ ਦੀਆਂ ਨੇ, ਔਰ ਫਿਰ ਤੀਸਰਾ ਰੋਜ਼ੇ ਨੇ, ਅਤੇ ਚੌਥਾ ਜ਼ਕਾਤ ਹੈ ਜਿਹੜੀ ਮਾਲੀ ਕੁਰਬਾਨੀ ਕੀਤੀ ਜਾਂਦੀ ਹੈ, ਔਰ ਪੰਜਵਾਂ ਜਿਹੜਾ ਉਹ ਹੱਜ ਹੈ। ਅਤੇ ਤੀਸਰੇ ਨੰਬਰ 'ਤੇ ਜਿਹੜਾ ਆਉਂਦਾ ਹੈ ਰੁਕਨ ਉਹ ਰੋਜ਼ੇ ਨੇ, ਔਰ ਰੋਜ਼ੇ ਜਿਹੜੇ ਨੇ ਇੱਕ ਪੂਰਾ ਮਹੀਨਾ ਇਸਲਾਮਿਕ ਕੈਲੰਡਰ ਦੇ ਵਿੱਚ ਜਿਹੜਾ ਨਾ ਉਹ ਰੋਜ਼ਿਆਂ ਦਾ ਹੁੰਦਾ, ਔਰ ਰੋਜ਼ੇ ਜਿਹੜਾ ਇਸਲਾਮਿਕ ਕੈਲੰਡਰ ਦੇ ਵਿੱਚ ਜਿਹੜਾ ਉਹ ਮਹੀਨਾ ਉਹਦਾ ਨਾਮ ਵੀ ਰਮਜ਼ਾਨ ਹੈ। ਅਤੇ ਔਰ ਇਹ ਰੋਜ਼ੇ ਜਿਹੜੇ ਨੇ ਇਸਲਾਮੀ ਕੈਲੰਡਰ ਦੇ ਮੁਤਲਕ ਮੈਂ ਇੱਕ ਚੀਜ਼ ਦੱਸ ਦੇਵਾਂ ਕਿ ਰਮਜ਼ਾਨ ਦਾ ਮਹੀਨਾ ਜਿਹੜਾ ਹੈ ਜਾਂ ਇਸਲਾਮਿਕ ਮਹੀਨੇ ਜਿਹੜੇ ਨੇ ਉਹ ਜਾਂ 29 ਡੇ ਦਾ ਹੁੰਦਾ ਜਾਂ 30 ਡੇਜ਼ ਦੇ ਜਿਹੜੇ ਨਾ ਹੁੰਦੇ ਨੇ, ਨਾ ਘੱਟ 29 ਤੋਂ ਕਦੀ ਹੋਏਗਾ, ਨਾ 30 ਤੋਂ ਕਦੀ ਵਧੇਗਾ। ਅੱਛਾ, ਮਤਲਬ ਇੱਦਾਂ ਨਹੀਂ ਜਿਵੇਂ ਆਪਣੇ ਇੰਗਲਿਸ਼ ਦੇ ਵਿੱਚ ਕੋਈ 28 ਆ, ਕੋਈ 31 ਜਾ ਰਿਹਾ। 30 ਨਹੀਂ, ਇਸ ਤਰ੍ਹਾਂ ਨਹੀਂ। ਇਸਲਾਮਿਕ ਜਿਹੜਾ ਮੰਥ ਹੈ ਉਹ ਜਾਂ 29 ਡੇਜ਼ ਦਾ ਹੋਏਗਾ ਜਾਂ 30 ਡੇਜ਼ ਦਾ ਹੋਏਗਾ। ਅਤੇ ਇਸ ਵਾਸਤੇ ਸਾਡਾ ਰਮਜ਼ਾਨ ਜਿਹੜੇ ਰੋਜ਼ੇ ਨੇ ਉਹ ਬਾਜ਼ ਔਕਾਤ 29 ਡੇਜ਼ ਦੇ ਹੁੰਦੇ ਨੇ, ਬਾਜ਼ ਔਕਾਤ ਜਿਹੜੇ ਨੇ ਉਹ 30 ਡੇਜ਼ ਦੇ ਜਿਹੜੇ ਨਾ ਹੁੰਦੇ ਨੇ। ਠੀਕ, ਮਤਲਬ 29 ਡੇਜ਼ ਦੇ ਵੀ ਹੋ ਸਕਦੇ ਆ ਅਤੇ 30 ਡੇਜ਼ ਦੇ ਵੀ ਹੋ ਸਕਦੇ ਨੇ। ਔਰ ਬੁਨਿਆਦੀ ਤੌਰ 'ਤੇ ਕੁਰਾਨ ਕਰੀਮ ਜਿਹੜੀ ਮੁਸਲਮਾਨਾਂ ਦੇ ਵਾਸਤੇ ਬੁਨਿਆਦੀ ਅਹਿਕਾਮਾਤ ਔਰ ਤਾਲੀਮ ਦੀ ਕਿਤਾਬ ਹੈ, ਉਸ ਦੇ ਵਿੱਚ ਬੜਾ ਕੈਟੇਗੋਰੀਕਲੀ ਅੱਲਾਹ ਤਾਲਾ ਨੇ ਬਿਆਨ ਕੀਤਾ ਹੈ ਕਿ ਤੁਹਾਡੇ ਉੱਤੇ ਰੋਜ਼ੇ ਉਸੇ ਤਰ੍ਹਾਂ ਹੀ ਫਰਜ਼ ਕੀਤੇ ਗਏ ਨੇ ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲੀਆਂ ਕੌਮਾਂ ਦੇ ਉੱਤੇ ਫਰਜ਼ ਕੀਤੇ ਗਏ ਸਨ। ਅਤੇ ਇਹ ਰੋਜ਼ੇ ਜਿਹੜੇ ਨੇ ਇਹਨਾਂ ਦਾ ਹੁਕਮ ਜਿਹੜਾ ਹੈ ਉਹ ਅੱਲਾਹ ਤਾਲਾ ਦੀ ਤਰਫੋਂ ਨੇ, ਔਰ ਇਹ ਫਰਜ਼ ਨੇ। ਹਰ ਇਹਦੇ ਨਾਲ ਮੈਂ ਵੀ ਦੱਸ ਦਿੰਦਾ ਵਾਂ ਕਿ ਰੋਜ਼ੇ ਜਿਹੜੇ ਨੇ ਇਹ ਫਰਜ਼ ਜਿਹੜੇ ਨੇ ਉਹ ਕਿਸ ਦੇ ਉੱਤੇ ਨੇ। ਜਿਹੜਾ ਬੰਦਾ ਸਿਹਤਮੰਦ ਹੋਵੇ ਔਰ ਅਡਲਟ ਹੋਵੇ ਔਰ ਮੁਕੀਮ ਹੋਵੇ, ਠਹਿਰਿਆ ਕਿਸੇ ਜਗ੍ਹਾ ਦੇ ਉੱਤੇ, ਸਫ਼ਰ ਨਾ ਕਰ ਰਿਹਾ ਹੋਵੇ ਕਿਧਰੇ, ਬਲਕਿ ਮੁਕੀਮ ਹੋਵੇ, ਸਟੇਸ਼ਨਡ ਹੋਵੇ, ਠੀਕ, ਐਸੇ ਮਰਦ ਤੇ ਔਰਤ ਦੇ ਉੱਤੇ ਰੋਜ਼ਾ ਜਿਹੜਾ ਨਾ ਉਹ ਫਰਜ਼ ਹੈ, ਉਸਨੂੰ ਚਾਹੀਦਾ ਕਿ ਉਹ ਰੋਜ਼ਾ ਰੱਖੇ। ਠੀਕ। ਇੱਥੇ ਅਡਲਟ ਦੀ ਕੋਈ 18 ਸਾਲ ਜਾਂ 16 ਸਾਲ? ਹਾਂਜੀ, ਉਹਦੀ ਏਜ ਇਸ ਤਰ੍ਹਾਂ ਸਾਡੇ ਜਿਹੜੇ ਨਾ ਮੁਖਤਲਿਫ ਜਿਹੜੇ ਅਹਿਕਾਮਾਤ ਨੇ ਉਹਨਾਂ ਦੀਆਂ ਮੁਖਤਲਿਫ ਉਮਰਾਂ ਨੇ। ਮਸਲਨ ਨਮਾਜ਼ ਪੜ੍ਹਨ ਦੀ ਇੱਕ ਹੋਰ ਉਮਰ ਹੈ, ਰੋਜ਼ਾ ਰੱਖਣ ਦੀ ਇੱਕ ਹੋਰ ਉਮਰ ਹੈ, ਅਤੇ ਜਿਹੜਾ ਮਸਲਨ ਨਮਾਜ਼ ਹੈ ਉਹ ਬੜੀ ਛੋਟੀ ਉਮਰ ਤੋਂ 7 ਸਾਲ ਤੋਂ ਸ਼ੁਰੂ ਕਰ ਦਿੰਦੇ ਪੜ੍ਹਨੀ ਜਿਹੜੀ ਹੈ ਬੱਚੇ ਜਿਹੜੇ ਨੇ। ਲੇਕਿਨ ਰੋਜ਼ਾ ਜਿਹੜਾ ਹੈ ਉਹ ਜਦੋਂ 12-13 ਸਾਲ ਦਾ ਬੱਚਾ ਹੁੰਦਾ ਹੈ ਤਾਂ ਉਸ ਵਕਤ ਸ਼ੁਰੂ ਕੀਤਾ ਜਾਂਦਾ ਹੈ, ਇੱਕ ਅੱਧਾ ਰੋਜ਼ਾ ਰੱਖੇ ਔਰ ਸਟਾਰਟ ਕਰੇ ਆਪਣਾ, ਅਤੇ ਫਿਰ 18 ਸਾਲ ਤੱਕ ਦੀ ਉਮਰ ਤੱਕ ਜਾਣ ਤੱਕ ਆਪਣੀ ਜਿਹੜੀ ਭਰਪੂਰ ਜਵਾਨੀ ਦੀ ਉਮਰ ਹੈ ਜਿਹਦੇ 'ਚ ਬੰਦਾ ਅਡਲਟ ਹੋ ਜਾਂਦਾ ਹੈ, ਉਸ ਵਕਤ ਜਾ ਕੇ ਫਿਰ ਫਰਜ਼ ਹੋ ਜਾਂਦੇ ਨੇ। 18 ਤੋਂ ਬਾਅਦ ਜਿਹੜਾ ਵੇ ਫਿਰ ਉਸ ਨੂੰ ਪੂਰੇ ਰੋਜ਼ੇ ਜਿਹੜੇ ਨੇ ਉਹ ਰੱਖਣੇ ਚਾਹੀਦੇ ਨੇ। ਠੀਕ ਹੈ, ਠੀਕ। ਮਤਲਬ 7 ਸਾਲ ਦੀ ਜਿਹੜੀ ਉਮਰ ਹੈ
ਉਹਦੇ 'ਚ ਐਜੂਕੇਸ਼ਨ ਸ਼ੁਰੂ ਹੋ ਜਾਂਦੀ ਹੈ, ਨਮਾਜ਼ ਪੜ੍ਹਨੀ ਆ, ਹਾਂਜੀ ਤੇ ਉਸ ਤੋਂ ਬਾਅਦ 12-13 ਸਾਲ ਤੋਂ ਜਿਹੜੀ ਹੈ ਫਰਜ਼ ਡਿਊਟੀਜ਼ ਜਿਹੜੀਆਂ ਨੇ ਹੌਲੀ ਹੌਲੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਐਗਜ਼ੈਕਟਲੀ ਆਦਤ ਫਿਰ ਜਿਹੜਾ ਨਾ ਪਹਿਲੇ ਸਾਲ ਜਿਹੜੇ ਨੇ ਨਾ ਉਹ ਇੱਕ ਅੱਧਾ ਰੋਜ਼ਾ ਰੱਖਿਆ, ਅਗਲੇ ਸਾਲ ਜਿਹੜੇ ਨਾ 2 4 5 ਰੱਖੇ ਨੇ, ਫਿਰ ਅਗਲੇ ਸਾਲ ਤੇ 5 6 ਸਾਲ ਦੇ ਵਿੱਚ ਜਿਹੜਾ ਵੇ ਇਨਸਾਨ ਜਿਹੜਾ ਵੇ ਨਾ ਉਹ ਇਸ ਏਜ ਦੇ ਵਿੱਚ ਪਹੁੰਚ ਜਾਂਦਾ ਹੈ ਕਿ ਫਿਜ਼ੀਕਲੀ ਇਤਨਾ ਸਟਰੋਂਗ ਹੋ ਜਾਂਦਾ ਹੈ ਕਿ ਰੋਜ਼ਾ ਬਰਦਾਸ਼ਤ ਕਰ ਸਕੇ ਔਰ ਰੋਜ਼ਾ ਜਿਹੜਾ ਨਾ ਈਜ਼ੀਲੀ ਰੱਖ ਸਕੇ। ਔਰ ਇਹਦੇ 'ਚ ਵੀ ਹਿਕਮਤ ਹੈ ਕਿ ਅਗਰ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਰੋਜ਼ਾ ਜਿਹੜਾ ਨਾ ਉਹ ਰੱਖਣਾ ਸ਼ੁਰੂ ਕਰ ਦੇ ਬੱਚਾ ਜਿਹੜਾ, ਤੇ ਉਹਦੀ ਜਿਹੜੀ ਫਿਜ਼ੀਕਲੀ ਗਰੋਥ ਹੋ ਰਹੀ ਹੁੰਦੀ ਹੈ ਉਸ ਦੇ ਉੱਤੇ ਫ਼ਰਕ ਪੈਂਦਾ ਹੈ। ਔਰ ਬਾਜ਼ ਔਕਾਤ ਛੋਟੀ ਉਮਰ ਦੇ ਵਿੱਚ ਰੋਜ਼ੇ ਰੱਖ ਕੇ ਤੇ ਫਿਰ ਵੱਡੀ ਉਮਰ ਦੇ 'ਚ ਜਦੋਂ ਜ਼ਰੂਰੀ ਸੀ ਰੱਖਣਾ ਉਸ ਵਕਤ ਬੰਦਾ ਬਿਲਕੁਲ ਹੀ ਜਿਹੜਾ ਨਾ ਉਹ ਨਿਕਲ ਜਾਂਦਾ ਹੈ, ਫਿਰ ਉਹ ਰੱਖ ਹੀ ਨਹੀਂ ਸਕਦਾ। ਮਤਲਬ ਰਿਸਪੌਂਸਿਬਿਲਿਟੀਜ਼ ਦਾ ਅਹਿਸਾਸ ਕਰਾਉਣਾ ਸ਼ੁਰੂ ਕਰ ਦਿੰਦੇ। ਐਗਜ਼ੈਕਟਲੀ, ਬਿਲਕੁਲ। ਤੇ ਇਹਦੀ ਮਨਾਹੀ ਵੀ ਹੈ ਜੀ ਕਿਸੇ ਹੋਰ ਦੇ ਉੱਤੇ, ਜਿਵੇਂ ਕੋਈ ਕਮਜ਼ੋਰ ਹੈ, ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਠਹਿਰਿਆ ਹੋਇਆ ਉਹ ਤਾਂ ਰੱਖ ਸਕਦਾ ਆ। ਕੁਰਾਨ ਕਰੀਮ ਦੇ ਵਿੱਚ ਜਿਹੜਾ ਨਾ ਜਿੱਥੇ ਰੋਜ਼ਿਆਂ ਦਾ ਹੁਕਮ ਦਿੱਤਾ ਗਿਆ ਹੈ ਉੱਥੇ ਨਾਲ ਦੱਸਿਆ ਗਿਆ ਕਿ ਵਮਨ ਕਾਨ ਮਿਨਕੁਮ ਮਰੀਜ਼ਨ ਔ ਅਲਾ ਸਫਰਿਨ ਫਇਦਤੁਮ ਮਿਨ ਅਯਾਮਿਨ ਉਖਰ, ਕਿ ਜਿਹੜਾ ਤੁਹਾਡੇ 'ਚੋਂ ਮਰੀਜ਼ ਹੈ ਜਾਂ ਮੁਸਾਫਰ ਹੈ, ਸਫ਼ਰ ਕਰ ਰਿਹਾ, ਉਹ ਉਸ ਵਕਤ ਫਿਰ ਰੋਜ਼ਾ ਨਾ ਰੱਖੇ, ਉਹ ਬਾਅਦ ਦੇ ਵਿੱਚ ਜਿੰਨੇ ਰੋਜ਼ੇ ਰਹਿ ਜਾਣ ਉਹ ਬਾਅਦ ਦੇ ਵਿੱਚ ਗਿਣਤੀ ਮੁਕੰਮਲ ਕਰ ਲਵੇ। ਇਸ ਵਾਸਤੇ ਜਿਹੜਾ ਮਰੀਜ਼ ਹੈ ਉਹਦੇ ਵਾਸਤੇ ਕੋਈ ਰੋਜ਼ਾ ਨਹੀਂ, ਉਹਨੂੰ ਜ਼ਰੂਰੀ ਨਹੀਂ ਕੋਈ ਵੀ ਕਿ ਅਗਰ ਬੰਦੇ ਨੂੰ ਕੋਈ ਬਿਮਾਰ ਹੈ, ਬੁਖਾਰ ਹੈ ਜਾਂ ਹੋਰ ਕਿਸੇ ਕਿਸਮ ਦੀ ਕੋਈ ਤਕਲੀਫ ਹੈ, ਇੰਤਹਾਈ ਕਿਸਮ ਦਾ ਡਾਇਬਟੀਜ਼ ਹੈ ਜਾਂ ਹੋਰ ਉਸਨੂੰ ਕਿਸੇ ਵੀ ਕਿਸਮ ਦੀ ਕੋਈ ਬਿਮਾਰੀ ਤਕਲੀਫ ਹੈ ਜਿਹਦੇ 'ਚ ਉਹ ਸਮਝਦਾ ਕਿ ਮੇਰੀ ਬਿਮਾਰੀ ਜਿਹੜੀ ਹੈ ਰੋਜ਼ੇ ਦੇ ਨਾਲ ਮਜ਼ੀਦ ਵਧੇਗੀ, ਭੁੱਖਿਆਂ ਰਹਿਣ ਦੇ ਨਾਲ ਜਿਹੜਾ ਸਵੇਰ ਤੋਂ ਸ਼ਾਮ ਤੱਕ ਜਿਹੜਾ, ਤੇ ਉਹਦੇ ਵਾਸਤੇ ਸਹੂਲਤ ਕੁਰਾਨ ਨੇ ਦਿੱਤੀ ਹੈ, ਸ਼ਰੀਅਤ ਨੇ ਦਿੱਤੀ ਹੈ ਕਿ ਉਹ ਆਪਣੇ ਰੋਜ਼ੇ ਜਿਹੜੇ ਨਾ ਦੂਸਰੇ ਵਕਤ ਦੇ ਵਿੱਚ ਕਰ ਲੈਣ। ਇਸੇ ਦੇ ਤਹਿਤ ਹੀ ਜਿਹੜਾ ਵੇ ਲਫ਼ਜ਼ ਮਰੀਜ਼ ਜਿਹੜਾ ਵੇ ਇਸ ਦੇ ਤਹਿਤ ਦੂਸਰਾ ਆ ਜਾਂਦਾ ਕਿ ਪ੍ਰੈਗਨੈਂਟ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਾਸਤੇ ਵੀ ਕੋਈ ਰੋਜ਼ਾ ਨਹੀਂ ਕੋਈ ਵੀ। ਜਿਹੜੀਆਂ ਫੀਡਿੰਗ ਮਦਰਸ ਨੇ, ਜਿਹੜੀਆਂ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੇ, ਉਹਨਾਂ ਦੇ ਉੱਤੇ ਕੋਈ ਰੋਜ਼ਾ ਨਹੀਂ ਕੋਈ ਵੀ। ਉਹ ਵੀ ਅਗਰ ਬਾਅਦ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਦਾ ਹੈ, ਅਗਰ ਸਿਹਤ ਠੀਕ ਹੁੰਦੀ ਹੈ ਤੇ ਉਹ ਰੱਖ ਲੈਣ, ਅਗਰ ਨਹੀਂ ਤੇ ਉਹਨਾਂ ਦੇ ਵਾਸਤੇ ਵੀ ਸਹੂਲਤ ਹੈ ਰੋਜ਼ੇ ਦੀ ਜਿਹੜੀ ਇਹਨਾਂ ਦਿੱਤੀ ਗਈ। ਠੀਕ ਹੈ, ਮਤਲਬ ਰੱਖਣੇ ਇਹ ਰਮਜ਼ਾਨ ਦੇ ਮਹੀਨੇ 'ਚ ਹੀ ਹੁੰਦੇ ਨੇ, ਪਰ ਜੇ ਕੋਈ ਨਾਗਾ ਪੈ ਜਾਵੇ ਫਿਰ ਅੱਗੇ ਪਿੱਛੇ ਅਸੀਂ ਕਰ ਸਕਦੇ, ਫਿਰ ਬਾਅਦ ਦੇ ਵਿੱਚ ਜਿਹੜਾ ਨਾ ਉਹ ਰੱਖ ਲੈਣੇ ਚਾਹੀਦੇ ਨੇ। ਠੀਕ। ਤੇ ਰੋਜ਼ੇ ਦੀ ਤੁਸੀਂ ਦੱਸਿਆ ਕਿ ਬੱਚੇ ਦੇ ਹੈਲਥ ਦੇ ਉੱਤੇ ਵੀ ਅਸਰ ਪੈਂਦਾ ਆ, ਉਹਦੀ ਗਰੋਥ ਦੇ ਉੱਤੇ ਵੀ ਜਿਹੜਾ ਵਧੀਆ ਅਸਰ ਦੇਖਣ ਨੂੰ ਮਿਲਦਾ ਆ। ਤੇ ਇਸ ਤੋਂ ਇਲਾਵਾ ਰੋਜ਼ੇ ਦੇ ਰੱਖਣ ਦਾ ਟਾਈਮਿੰਗ ਕੀ ਹੁੰਦੀ ਹੈ ਜੀ? ਰੋਜ਼ੇ ਦੀ ਜਿਹੜੀ ਟਾਈਮਿੰਗ ਹੈ ਉਹ ਕੁਰਾਨ ਦੇ ਵਿੱਚ ਵੀ ਬੜੀ ਵਾضح ਤੌਰ 'ਤੇ ਦੱਸੀ ਗਈ, ਔਰ ਸਭ ਤੋਂ ਵੱਧ ਕਿ ਖੁਦ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਨੇ ਆਪਣੇ ਅਮਲ ਦੇ ਨਾਲ ਵੀ ਸਾਨੂੰ ਜਿਹੜੀ ਸੀ ਸਾਰੀ ਦੱਸੀ। ਇਹਦੀ ਟਾਈਮਿੰਗ ਇਹ ਹੁੰਦੀ ਹੈ ਕਿ ਡਾਨ ਤੋਂ ਲੈ ਕੇ ਸਨਸੈਟ ਤੱਕ ਖਾਣਾ ਪੀਣਾ ਔਰ ਖਾਵੰਦ ਦੇ ਆਪਣੇ ਬੀਵੀ ਦੇ ਨਾਲ ਤਾਲੁਕਾਤ, ਇਹਨਾਂ ਸਾਰੀਆਂ ਚੀਜ਼ਾਂ ਤੋਂ ਇਨਸਾਨ ਜਿਹੜਾ ਉਹ ਰੁਕ ਜਾਂਦਾ ਹੈ ਇਸ ਪੀਰੀਅਡ ਦੇ ਵਿੱਚ। ਹੁਣ ਡਾਨ ਦੀ ਜਿਹੜੀ ਹੈ, ਡਾਨ ਕਿਸ ਵਕਤ ਤੋਂ ਅਸੀਂ ਜਿਹੜਾ ਨਾ ਉਹ ਕਾਊਂਟ ਕਰਨੇ ਆ, ਅਸੀਂ ਜਿਹੜਾ ਕੈਲਕੂਲੇਟ ਕੀਤਾ ਹੈ ਟਾਈਮਿੰਗ ਜਿਹੜੀ ਹੈ ਕਿ ਅਗਰ 1 ਘੰਟਾ ਤੇ 20 ਮਿੰਟ ਸਨ ਰਾਈਜ਼ਿੰਗ ਤੋਂ ਪਹਿਲੇ ਤੱਕ ਕਾਊਂਟ ਕੀਤਾ ਜਾਏ ਤਾਂ ਉਸ ਤੋਂ ਪਹਿਲੇ ਤੱਕ ਅਸੀਂ ਖਾਣਾ ਖਾਂਦੇ ਹਾਂ। ਠੀਕ। ਉਸ ਨੂੰ ਸਹਿਰੀ ਕਿਹਾ ਜਾਂਦਾ ਹੈ ਜਾਂ ਡਾਨ ਟਾਈਮ ਜਿਹੜਾ ਵੇ ਨਾ ਉਸ ਨੂੰ ਜਿਹੜਾ ਨਾ ਉਹ ਕਹਿੰਦੇ। ਉਸ 1 ਘੰਟਾ ਸੂਰਜ ਨਿਕਲਣ ਤੋਂ 1 ਘੰਟਾ 20 ਮਿੰਟ ਪਹਿਲੇ ਤੱਕ ਖਾ ਸਕਨੇ ਆ, ਖਾਣਾ ਜਿਹੜਾ ਨਾ ਉਹ ਖਾਣਾ ਚਾਹੀਦਾ। ਉਸ ਤੋਂ ਬਾਅਦ ਫਿਰ ਰੁਕ ਜਾਣਾ ਚਾਹੀਦਾ, ਫਿਰ ਸ਼ੁਰੂ ਹੋ ਜਾਂਦਾ ਰੋਜ਼ਾ ਜਿਹੜਾ ਵੇ, ਔਰ ਫਿਰ ਉਹ ਰੋਜ਼ਾ ਸਨਸੈਟ ਤੱਕ ਚੱਲਦਾ ਹੈ। ਜੋ ਹੀ ਸੂਰਜ ਗਰੂਬ ਹੋ ਜਾਂਦਾ ਹੈ ਉਸੇ ਵਕਤ ਹੀ ਫਿਰ ਰੋਜ਼ਾ ਖੋਲ੍ਹ ਲੈਣਾ ਚਾਹੀਦਾ ਹੈ। ਔਰ ਇਹ ਜਿਹੜੀ ਇਹ ਪੂਰਾ ਦਿਨ ਹਰ ਕਿਸੇ ਜਗ੍ਹਾ 'ਤੇ ਜ਼ਰਾ ਟਾਈਮ ਛੋਟਾ ਹੋ ਜਾਂਦਾ ਹੈ, ਕਿਸੇ ਜਗ੍ਹਾ 'ਤੇ ਵੱਡਾ ਹੋ ਜਾਂਦਾ ਹੈ, ਔਰ ਕਿਉਂਕਿ ਚੰਦ ਦੇ ਨਾਲ ਨੇ ਨਾ ਰਿਲੇਟਿਡ ਜਿਹੜੇ ਰੋਜ਼ੇ ਨੇ, ਅਤੇ ਸੂਰਜ ਦੇ ਨਾਲ ਜਿਹੜਾ ਸਨਸੈਟ ਅਤੇ ਸਨਰਾਈਜ਼ ਦੇ ਨਾਲ ਜਿਹੜਾ ਨਾ ਉਹ ਰਿਲੇਟਿਡ ਨੇ। ਅਤੇ ਬਾਜ਼ ਔਕਾਤ ਮਸਲਨ ਅੱਜ ਕੱਲ੍ਹ ਹੁਣ ਗਰਮੀਆਂ ਦੇ ਵਿੱਚ ਰੋਜ਼ੇ ਨੇ ਅਤੇ ਲੰਬੇ ਨੇ ਜ਼ਰਾ, ਸਹੀ, ਅਤੇ ਇਹੋ ਹੀ ਰੋਜ਼ੇ ਹਰ ਸਾਲ 10 ਦਿਨ ਦਾ ਫਰਕ ਪੈਂਦਾ ਹੈ। ਅੱਛਾ, ਅਤੇ ਮਤਲਬ ਇਹ ਜਿਵੇਂ ਕਿ ਹੁਣ ਗਰਮੀਆਂ 'ਚ ਨੇ ਤਾਂ ਇਹ ਸਰਦੀਆਂ 'ਚ ਵੀ ਆ ਸਕਦੇ ਨੇ? ਬਿਲਕੁਲ, ਸਰਦੀਆਂ ਦੇ ਵਿੱਚ ਆਉਣੇ ਨੇ ਆਹਿਸਤਾ ਜਿਹੜਾ ਹੈ ਇਹ ਚੱਲਦੇ ਜਾਂਦੇ ਨੇ। 10 ਦਿਨ ਦਾ ਫਰਕ ਪੈਂਦਾ ਹਰ ਸਾਲ ਜਿਹੜਾ ਹੈ, ਅਤੇ ਇਸ ਤਰ੍ਹਾਂ ਇਹ ਸਾਈਕਲ ਹੈ ਜਿਹੜਾ ਚੱਲਦਾ ਹੈ, ਕਦੀ ਗਰਮੀਆਂ ਦੇ ਵਿੱਚ ਕਦੀ ਸਰਦੀਆਂ ਦੇ ਵਿੱਚ,
ਰੋਜ਼ਾ ਜਿਹੜਾ ਨਾ ਫਿਰ ਉਹ ਆਉਂਦਾ। ਅਤੇ ਜੇ ਗਰਮੀਆਂ ਦੇ ਵਿੱਚ ਥੋੜ੍ਹੀ ਜਿਹੀ ਟਫ ਜਿਹੜਾ ਨਾ ਉਹ ਹੁੰਦਾ ਅਤੇ ਸਰਦੀਆਂ ਦਾ ਆਸਾਨ ਰੋਜ਼ਾ ਵੀ ਤਾਂ ਆਉਣਾ ਹੀ ਹੈ ਨਾ। ਸਹੀ ਗੱਲ ਹੈ, ਇਹ ਵੀ ਇੱਕ ਉਮੀਦ ਜਿਹੜੀ ਆ ਕਿ ਦਿਨ ਇੱਕ ਅਗਲੇ ਆਉਣ ਵਾਲੇ ਨੇ, ਕੋਈ ਗੱਲ ਨਹੀਂ। ਬਿਲਕੁਲ, ਘਬਰਾਉਣਾ ਨਹੀਂ ਚਾਹੀਦਾ। ਇੱਥੇ ਅਸੀਂ ਇਮਾਮ ਸਾਹਿਬ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਜੀ। ਅਤੇ ਇੰਗਲਿਸ਼ 'ਚ ਵੀ ਅਸੀਂ ਇਹ ਸਾਰੀ ਗੱਲਾਂ ਨੇ ਜਿਹੜੀਆਂ ਪੁੱਛਦੇ ਹਾਂ ਉਮੇਰ ਸਾਹਿਬ ਨੂੰ ਕਿ ਇੰਗਲਿਸ਼ ਦੇ ਵਿੱਚ ਕੀ ਕੁਛ ਹੈ, ਇਹੀ ਸਾਰੀਆਂ ਸੇਮ ਗੱਲਾਂ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਸਾਡੇ ਸ਼ੋਅ 1 ਆਵਰ ਦੇ ਵਿੱਚ। ਸਾਡੇ ਨਾਲ ਅੱਜ ਮੌਜੂਦ ਨੇ ਜੀ ਨਾਸਿਰ ਮੁਹੰਮਦ ਬੱਟ ਸਾਹਿਬ ਅਤੇ ਉਮੇਰ ਖਾਨ ਸਾਹਿਬ। ਸੋ ਉਮੇਰ ਖਾਨ ਸਾਹਿਬ, ਤੁਹਾਡੇ ਤੋਂ ਮੇਰਾ ਜਿਹੜਾ ਅਗਲਾ ਕੁਐਸਚਨ ਹੈ ਕਿ ਇਹੀ ਜਿਹੜੀਆਂ ਇੱਕ ਟਾਈਮਿੰਗ ਦੀ ਜਿਹੜੀ ਸਾਡੇ ਉਰੇ ਦੇ ਪਲੇ ਬੜੇ ਜਿਹੜੇ ਬੱਚੇ ਨੇ ਉਹਨਾਂ ਨੂੰ ਇੰਗਲਿਸ਼ ਹੀ ਜ਼ਿਆਦਾ ਸਮਝ ਆਉਂਦੀ ਆ, ਸੋ ਉਹਨਾਂ ਵਾਸਤੇ ਜ਼ਰੂਰ ਇੱਕ ਵਾਰੀ ਸਾਰੀ ਟਾਈਮਿੰਗ ਕੀ ਹੁੰਦੀ ਹੈ ਰੋਜ਼ੇ ਦੀ, ਉਹਦੇ ਬਾਰੇ ਜ਼ਰੂਰ ਦੱਸੋ। So the timing of the fast actually starts with something called the Sahar, which is around the dawn time. So Muslims were allowed to eat up till that time, which is about 1 hour, 20 minutes before sunrise. And after that time, Muslims, we fast, meaning we don't eat food or drink water. People that are married, they don't have intimate relationships at that time. We don't smoke, nothing like that. But even more than that, Muslims will try to talk less and control their anger and try to remember God as much as they can. And then when it's around sunset, that's when we break our fast. And because the Muslim calendar goes according to the lunar calendar, every year the fasting month of Ramadan comes ahead 10 days. So right now, if it started June 29th, next year it will start June 19th. It comes ahead 10 days. So eventually, right now the fasts are very long according to the sunrise and sunset, but eventually in a few years it will come towards the winter and it will become less hours for fasting. Okay. So ਖਾਸ ਕਰ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਿੱਥੇ ਸੂਰਜ ਬਹੁਤ ਲੇਟ ਛੁਪਦਾ ਆ, ਉੱਥੇ ਜ਼ਰੂਰ ਕਾਫੀ ਲੰਬਾ ਸਮਾਂ ਜਿਹੜਾ ਆ ਉਹ ਰੋਟੀ ਜਾਂ ਪਾਣੀ ਵੀ ਤੁਸੀਂ ਨਹੀਂ ਬਿਲਕੁਲ ਵਰਤਦੇ, ਸੋ ਉਹਦੇ ਵਾਸਤੇ ਬਹੁਤ ਔਖਾ ਹੈ ਜੀ। ਅਤੇ ਕਿੱਦਾਂ ਲੱਗਦਾ ਨਾਸਿਰ ਸਾਹਿਬ ਕਿ ਸ਼ੁਰੂਆਤ ਦੇ ਵਿੱਚ ਤਾਂ ਜ਼ਰੂਰ ਔਖਾ ਲੱਗਦਾ ਹੋਊਗਾ ਜਦੋਂ ਬੱਚੇ ਸੀਗੇ, ਪਰ ਕਿਵੇਂ ਆਦਤ ਪੈ ਜਾਂਦੀ ਹੈ ਔਰ ਹੁਣ ਕਿਵੇਂ ਲੱਗਦਾ ਹੈ? ਸ਼ੁਕਰੀਆ ਬਹੁਤ ਬਹੁਤ ਦਵਿੰਦਰ ਜੀ। ਬਾਜ਼ ਔਕਾਤ ਜਿਹੜਾ ਬੰਦਾ ਇੱਕ ਕੰਮ ਕਰ ਰਿਹਾ ਹੁੰਦਾ ਸ਼ਾਇਦ ਉਸ ਨੂੰ ਓਨਾ ਮਹਿਸੂਸ ਨਹੀਂ ਹੁੰਦਾ, ਜਿਹੜਾ ਦੇਖ ਰਿਹਾ ਹੁੰਦਾ ਉਸ ਨੂੰ ਜ਼ਿਆਦਾ ਮਹਿਸੂਸ ਹੁੰਦਾ ਕਿ ਸੁਬਹ ਤੋਂ ਲੈ ਕੇ ਅਭੀ ਪਿਛਲੇ ਦਿਨ ਹੀ ਬੈਠੇ ਸੀ, ਮੁਲਾਕਾਤ ਹੋਈ ਕੈਨੇਡਾ ਡੇ ਦੇ ਉੱਤੇ ਜਿਹੜੀ ਹੈ, ਅਤੇ ਉਹ ਇੱਕ ਡਿਗਨਿਟੀ ਦੇ ਵਿੱਚੋਂ ਇੱਕ ਖਾਤੂਨ ਸੀ, ਉਸਨੇ ਮੈਨੂੰ ਕਿਹਾ ਕਿ ਤੁਸੀਂ ਰੋਜ਼ੇ ਦੇ ਵਿੱਚ ਕੁਛ ਪਾਣੀ ਤਾਂ ਪੀ ਲੈਂਦੇ ਹੋਵੋਗੇ। ਮੈਂ ਕਿਹਾ ਨਹੀਂ, ਅਸੀਂ ਪਾਣੀ ਵੀ ਨਹੀਂ ਪੀਂਦੇ ਕੋਈ ਵੀ। ਅਤੇ ਉਹ ਬੜੀ ਪਰੇਸ਼ਾਨ ਹੋਈ ਕਿ ਤੇ ਬਹੁਤ ਹੀ ਮੁਸ਼ਕਿਲ ਹੈ ਕਿ ਸੁਬਹ ਤੋਂ ਲੈ ਕੇ ਰਾਤ ਤੱਕ ਨਾ ਪਾਣੀ ਨਾ ਖਾਣਾ, ਕੋਈ ਚੀਜ਼ ਨਹੀਂ ਇਸਤੇਮਾਲ ਕਰਨੀ ਕੋਈ ਵੀ। ਅਤੇ ਅੱਜ ਕੱਲ੍ਹ ਤਕਰੀਬਨ ਸਾਡੇ ਇੱਥੇ ਕੈਲਗਰੀ ਦੇ ਵਿੱਚ ਕੋਈ 18 ਘੰਟੇ ਦੇ ਲਗਭਗ ਰੋਜ਼ੇ ਦਾ ਟਾਈਮ ਹੈ ਸਾਰਾ, ਜਿਹੜਾ ਡਿਊਰੇਸ਼ਨ ਜਿਹੜੀ ਹੈ। ਅਤੇ ਮੈਂ ਉਹਨੂੰ ਕਿਹਾ ਕਿ ਤੇਰੇ ਸਾਹਮਣੇ ਹੀ ਆ, ਹੁਣ ਅਸੀਂ 3-4 ਘੰਟੇ ਤੋਂ ਇੱਥੇ ਬਾਹਰ ਧੁੱਪ ਦੇ ਵਿੱਚ ਹੀ ਬੈਠੇ ਹਾਂ ਔਰ ਕੋਈ ਮੈਨੂੰ ਮਹਿਸੂਸ ਵੀ ਨਹੀਂ ਹੋ ਰਿਹਾ ਕੋਈ ਵੀ ਕਿ ਜਿਹੜਾ ਨਾ
ਕੁਛ ਖਾਣ ਪੀਣ ਦੀ ਜਿਹੜੀ ਇਹਨਾਂ ਜ਼ਰੂਰਤ ਹੈ ਔਰ ਡੇਲੀ ਇਸੇ ਤਰ੍ਹਾਂ ਜਿਹੜਾ ਨਾ ਉਹ ਚਲਾ ਜਾਂਦਾ। ਬਲਕਿ ਮੈਨੂੰ ਕਿਹਾ ਕਿ ਮੇਰਾ ਬੇਟਾ 13 ਸਾਲ ਦਾ ਉਹ ਵੀ ਚੰਦ ਰੋਜ਼ੇ ਜਿਹੜਾ ਨਾ ਉਹ ਰੱਖਦਾ ਹੈ ਔਰ ਉਸਨੇ 20 ਰੋਜ਼ਾ ਜਿਹੜਾ ਨਾ ਉਹ ਪਹਿਲਾ ਚੰਦ ਇੱਕ ਜਿਹੜੇ ਨਾ ਉਹ ਰੱਖੇ ਨੇ ਔਰ ਈਜ਼ੀਲੀ ਕੰਪਲੀਟ ਕਰ ਗਿਆ ਸਾਰਾ ਜਿਹੜਾ ਸੀ ਟਾਈਮ ਜਿਹੜਾ। ਅਤੇ ਅਸਲ ਚੀਜ਼ ਹੈ ਜਦੋਂ ਬੰਦਾ ਇੱਕ ਨੀਅਤ ਕਰ ਲੈਂਦਾ ਨਾ ਕਿ ਇਹ ਕੰਮ ਮੈਂ ਕਰਨਾ ਹੈ ਤੇ ਫਿਰ ਮੁਸ਼ਕਲ ਵੀ ਜਿਹੜੀ ਇਨਸਾਨ ਸਮਝ ਰਿਹਾ ਹੁੰਦਾ ਉਹ ਮੁਸ਼ਕਲ ਨਹੀਂ ਰਹਿੰਦੀ ਕੋਈ ਵੀ। ਅਤੇ ਜਦੋਂ ਅਸੀਂ ਸਮਝਦੇ ਹਾਂ ਕਿ ਅੱਲਾਹ ਤਾਲਾ ਨੇ ਇੱਕ ਫਰਜ਼ ਕੀਤਾ ਸਾਡੇ 'ਤੇ ਔਰ ਇਹ ਟਾਈਮ ਦੇ ਵਿੱਚ ਅਸੀਂ ਨਹੀਂ ਕੁਛ ਖਾਣਾ ਪੀਣਾ ਔਰ ਬਚਣਾ ਇਹਨਾਂ ਚੀਜ਼ਾਂ ਤੋਂ, ਅਤੇ ਫਿਰ ਇਨਸਾਨ ਜਦੋਂ ਨੀਅਤ ਇਰਾਦਾ ਕਰ ਲੈਂਦਾ ਕਰਨ ਦਾ ਤਾਂ ਫਿਰ ਉਹ ਕਰ ਵੀ ਜਾਂਦਾ ਉਸ ਕੰਮ ਨੂੰ ਜਿਹੜਾ ਵੇ। ਸਹੀ ਹੈ ਜੀ, ਜਦੋਂ ਭਾਵਨਾਵਾਂ ਤੁਹਾਡੀਆਂ ਜੁੜੀਆਂ ਹੋਈਆਂ ਨੇ ਬਿਲਕੁਲ ਤਾਂ ਉਸ ਤੋਂ ਬਾਅਦ ਬਿਲਕੁਲ ਵੀ ਔਖਾ ਨਹੀਂ ਲੱਗਦਾ ਇਹ। ਬਿਲਕੁਲ ਬਿਲਕੁਲ। ਸੋ ਅਸੀਂ ਅੱਜ ਰਮਜ਼ਾਨ ਮਹੀਨੇ ਦੀ ਗੱਲ ਕਰ ਰਹੇ ਹਾਂ ਅਤੇ ਰੋਜ਼ੇ ਦੀ ਗੱਲ ਕਰ ਰਹੇ ਹਾਂ। ਸੋ ਰੋਜ਼ੇ ਦਾ ਅਸਲੀ ਅਰਥ ਜੇ ਨਸੀਰ ਜੀ ਸਮਝਿਆ ਜਾਵੇ ਤਾਂ ਕੀ ਹੁੰਦਾ ਹੈ? ਕਿ ਸਿਰਫ ਖਾਣਾ ਪੀਣਾ ਛੱਡ ਦੇਣਾ ਜਾਂ ਇਸ ਤੋਂ ਕਾਫੀ ਡੂੰਘੇ ਕੁਛ ਅਰਥ ਨੇ ਇਹਦੇ? ਸ਼ੁਕਰੀਆ ਬਹੁਤ ਬਹੁਤ ਦਵਿੰਦਰ ਜੀ। ਰੋਜ਼ੇ ਦਾ ਜਿਹੜਾ ਮਕਸਦ ਬਿਆਨ ਕੀਤਾ ਗਿਆ, ਇੱਕ ਹਿੱਸਾ ਤਾਂ ਮੈਂ ਬਿਆਨ ਕੀਤਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਵੇ ਉਹ ਖਾਣ ਪੀਣ ਤੋਂ ਬੰਦਾ ਜਿਹੜਾ ਨਾ ਆਪਣੇ ਆਪ ਨੂੰ ਰੋਕਦਾ ਹੈ, ਤਾਲੁਕਾਤ ਆਪਣੇ ਬੀਵੀ ਦੇ ਨਾਲ ਰੱਖਣ ਤੋਂ ਰੋਕਦਾ ਹੈ। ਲੇਕਿਨ ਇੱਕ ਜਿਹੜਾ ਅਸਲ ਇਸ ਦਾ ਮਕਸਦ ਪਰਪਸ ਹੈ ਰੋਜ਼ੇ ਦਾ, ਉਹ ਕੁਰਾਨ ਦੀ ਜਿਹੜੀ ਆਇਤ ਜਿੱਥੇ ਰੋਜ਼ੇ ਫਰਜ਼ ਕੀਤੇ ਗਏ ਨੇ ਉੱਥੇ ਆਖਰ 'ਤੇ ਜਾ ਕੇ ਅੱਲਾਹ ਤਾਲਾ ਨੇ ਫਰਮਾਇਆ ਕਿ ਲਾਅੱਲਕੁਮ ਤੱਤਕੂਨ। ਇਹ ਅਰਬੀ ਦੇ ਲਫ਼ਜ਼ ਨੇ। ਇਹਦਾ ਮਤਲਬ ਇਹ ਵੇ ਕਿ ਰੋਜ਼ੇ ਰੱਖੋ, ਰੋਜ਼ੇ ਤੁਹਾਡੇ 'ਤੇ ਫਰਜ਼ ਕੀਤੇ ਗਏ ਨੇ ਅਤੇ ਇਹਦਾ ਮਕਸਦ ਪਰਪਸ ਇਹ ਵੇ ਕਿ ਤੁਸੀਂ ਤਕਵਾ ਦੇ ਵਿੱਚ, ਖੁਦਾ ਖੌਫੀ ਦੇ ਵਿੱਚ ਜ਼ਿਆਦਾ ਹੋ ਜਾਓ, ਤੁਸੀਂ ਅੱਲਾ ਦੇ ਜ਼ਿਆਦਾ ਕਰੀਬ ਹੋ ਜਾਵੋ। ਇਹ ਵੇ ਅਸਲ ਮਕਸਦ ਰੋਜ਼ੇ ਦਾ। ਇਸ ਵਾਸਤੇ ਹੀ ਸਾਡੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨਬੀ ਨੇ, ਉਹਨਾਂ ਨੇ ਕੁਛ ਰੋਜ਼ੇ ਦੀਆਂ ਨਾਲ ਸ਼ਰਤਾਂ ਵੀ ਬਿਆਨ ਕੀਤੀਆਂ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਖਾਣ ਪੀਣ ਤੋਂ ਤਾਂ ਠੀਕ ਹੈ ਤੁਸੀਂ ਰੁਕਦੇ ਜੇ, ਲੇਕਿਨ ਉਹਦੇ ਨਾਲ ਨਾਲ ਜਿਹੜੀ ਗੁਫ਼ਤਗੂ ਆਪਣੀ ਜ਼ੁਬਾਨ ਦਾ ਇਸਤੇਮਾਲ ਹੈ ਉਹ ਵੀ ਠੀਕ ਰੱਖਣਾ ਹੈ। ਲੋਕਾਂ ਦੇ ਨਾਲ ਆਪਣੇ ਤਾਲੁਕਾਤ ਜਿਹੜੇ ਨੇ ਉਹ ਵੀ ਬਿਹਤਰ ਔਰ ਅੱਛਾ ਦੂਸਰਿਆਂ ਦੇ ਨਾਲ ਸਲੂਕ ਜਿਹੜਾ ਨਾ ਉਹ ਕਰਨਾ ਹੈ। ਔਰ ਅਗਰ ਤੁਸੀਂ ਆਪਣੀ ਜ਼ੁਬਾਨ ਨੂੰ, ਆਪਣੇ ਅਖਲਾਕ ਨੂੰ ਬਿਹਤਰ ਰੋਜ਼ੇ ਦੇ ਵਿੱਚ ਬਣਾਓਗੇ, ਜ਼ਿਕਰ ਅੱਲਾ ਦਾ ਜ਼ਿਆਦਾ ਤੋਂ ਜ਼ਿਆਦਾ ਕਰੋਗੇ, ਇਬਾਦਤ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਨਾ ਉਹ ਕਰੋਗੇ, ਅਤੇ ਉਹ ਰੋਜ਼ਾ ਵੇ ਜਿਹੜਾ ਅਸਲ ਫਿਰ ਖੁਦਾ ਤੱਕ ਇਨਸਾਨ ਨੂੰ ਪਹੁੰਚਾਉਂਦਾ ਹੈ ਔਰ ਉਸ ਰੋਜ਼ੇ ਦੇ ਨਤੀਜੇ ਦੇ ਵਿੱਚ ਇਨਸਾਨ ਖੁਦਾ ਦੇ ਕਰੀਬ ਜਿਹੜਾ ਵੇ ਨਾ ਉਹ ਚਲਾ ਜਾਂਦਾ ਹੈ। ਠੀਕ ਹੈ, ਮਤਲਬ ਇੱਕ ਮਹੀਨੇ ਦੇ ਜਿਹੜੇ ਰੋਜ਼ੇ ਨੇ ਉਹ ਹਰ ਸਾਲ ਇਸੇ ਵਾਸਤੇ ਰਿਪੀਟ ਹੁੰਦੇ ਨੇ ਕਿ ਪੂਰਾ ਸਾਲ ਬੰਦਾ ਜਿਹੜਾ ਉਹ ਰੱਬ ਨੂੰ ਯਾਦ ਰੱਖੇ, ਕਿ ਭੁੱਲੇ ਨਾ ਬਿਲਕੁਲ ਵੀ, ਹਰ ਚੀਜ਼ ਨੂੰ ਇੰਪਲਾਈ ਕਰਦਾ ਰਹੇ ਹਰ ਸਾਲ। ਇਹ ਜਿਹੜਾ ਨਾ 29 ਜਾਂ 30 ਦਿਨ ਜਿਹੜਾ ਇੱਕ ਮਹੀਨਾ ਰੋਜ਼ਿਆਂ ਦਾ ਜਿਹੜਾ ਆਉਂਦਾ ਹੈ, ਉਹ ਬੇਸਿਕਲੀ ਸਾਡੀ ਤਰਬੀਅਤ ਵਾਸਤੇ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਇੱਕ ਮਹੀਨਾ ਤੇ ਤੁਸੀਂ ਹੁਣ ਪੂਰੀ ਤਰ੍ਹਾਂ ਤਵੱਜੋ ਦੇ ਨਾਲ ਕੋਸ਼ਿਸ਼ ਕੀਤੀ ਹੈ ਅਤੇ ਜਿਹੜੀਆਂ ਤੁਸੀਂ ਚੰਗੀਆਂ ਚੀਜ਼ਾਂ ਇਸ ਮਹੀਨੇ ਦੇ ਵਿੱਚ ਸਿੱਖੀਆਂ ਨੇ, ਹੁਣ ਬਾਕੀ ਮਹੀਨਿਆਂ ਦੇ ਵਿੱਚ ਵੀ ਇਹਨਾਂ ਚੰਗੀਆਂ ਚੀਜ਼ਾਂ ਨੂੰ ਚਲਾਉਣਾ ਹੈ, ਅੱਗੇ ਪ੍ਰੈਕਟਿਸ ਕਰਨੀ ਹੈ, ਪ੍ਰੈਕਟਿਸ ਅੱਗੇ ਜਿਹੜੀ ਹੈ ਜਾਰੀ ਰੱਖਣੀ ਹੈ। ਇਸ ਨੂੰ ਸਿਰਫ ਇਸ ਮਹੀਨੇ ਤੱਕ ਹੀ ਜਿਹੜਾ ਨਾ ਉਹ ਨਹੀਂ ਰੱਖਣਾ, ਬਲਕਿ ਆਪਣੀਆਂ ਨੇਕੀਆਂ ਦਾ, ਉਸਨੂੰ ਅਸੀਂ ਕਹਿੰਦੇ ਹਾਂ ਕਿ ਨੇਕੀਆਂ ਦਾ ਵੀ ਇਨਸਾਨ ਬ੍ਰਿਜ ਬਣਾਉਂਦਾ ਹੈ। ਇੱਕ ਰਮਜ਼ਾਨ ਤੋਂ ਅਗਲੇ ਰਮਜ਼ਾਨ ਤੱਕ ਜਿਹੜਾ ਵੇ ਇਨਸਾਨ ਆਪਣੀਆਂ ਨੇਕੀਆਂ ਨੂੰ ਕੰਟੀਨਿਊ ਰੱਖ ਕੇ ਤੇ ਇੱਕ ਬ੍ਰਿਜ ਬਣਾ ਦਿੰਦਾ, ਜਿਹਦੇ ਨਤੀਜੇ ਦੇ ਵਿੱਚ ਫਿਰ ਇਨਸਾਨ ਅੱਲਾ ਦੀ ਤਰਫ ਜਿਹੜਾ ਨਾ ਈਜ਼ੀਲੀ ਹੋਰ ਕਦਮ ਵੱਧਦਾ ਰਹਿੰਦਾ, ਕਦਮ ਵੱਧਦਾ ਜਾਂਦਾ ਹੈ। ਠੀਕ ਜੀ, ਠੀਕ। ਅਤੇ ਉਮੇਰ ਸਾਹਿਬ ਤੁਸੀਂ ਕੁਛ ਐਡ ਕਰਨਾ ਚਾਹੋਗੇ ਇਸ ਦੇ ਵਿੱਚ, ਖਾਸ ਕਰਕੇ ਸਾਡੇ ਜਿਹੜੇ ਉਰੇ ਦੇ ਜਵਾਕ ਨੇ ਜਿਹੜੇ ਇੰਗਲਿਸ਼ ਜ਼ਿਆਦਾ ਸਮਝਦੇ ਨੇ? I just wanted to add that a lot of the question you asked, what's the main significance of fasting? It's not just about restraining yourself from eating and drinking. The purpose that Nasir Saab explained was in the Holy Quran, that the main purpose of fasting is for the person fasting to actually increase in his fear of God, his love of God, and come nearer to God by making the sacrifice. We all have desires. People love to eat, drink. And when you're fasting, what that's teaching you is to suppress your desire, the things you want for a higher purpose, for attaining a higher level of character, that you can control yourself and you don't let your body control you. So that's also one of the significance. The other is that when we fast and we go through hunger,
we feel what people who are poor, who don't have food, they go through. And what that does is it makes sympathy and love for those people. So it teaches Muslims to also watch out for your brothers and sisters who don't have food and they go through hunger, because then we understand what they go through. We understand the feeling of, feeling the pain of hunger. So that's also one of the other reasons of fasting. ਸੋ ਇੱਥੇ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਜੀ ਕਿ ਖੁਦਾ ਦਾ, ਰੱਬ ਦਾ ਖੌਫ ਖਾਣਾ ਚਾਹੀਦਾ ਆ। ਖਾਸ ਕਰਕੇ ਜਿਹੜੇ ਲੋਕ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ, ਇਹਦੇ ਬਾਰੇ ਗੱਲ ਕੀਤੀ ਹੈ ਕਿ ਉਹਨਾਂ ਬਾਰੇ ਇਸ ਦਰਮਿਆਨ ਜਦੋਂ ਤੁਸੀਂ ਗੁਜ਼ਰਦੇ ਹੋ ਭੁੱਖ ਦੇ ਨਾਲ, ਤਾਂ ਉਹਨਾਂ ਬਾਰੇ ਵੀ ਸੋਚਣ ਨੂੰ ਮਿਲਦਾ ਹੈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰ ਰਹੇ ਨੇ। ਅਤੇ ਜੇ ਨਸੀਰ ਜੀ ਆਪਾਂ ਗੱਲ ਕਰੀਏ ਕਿ ਇਹ 29 ਜਾਂ 30 ਦਿਨ ਦਾ ਜਿਹੜਾ ਸਾਰਾ ਸਮਾਂ ਹੁੰਦਾ ਆ, ਇਹ ਤੁਹਾਨੂੰ ਇਹ ਸਾਰੀ ਚੀਜ਼ਾਂ ਦਾ ਪ੍ਰੈਕਟਿਸ ਕਰਾਉਣ ਵਾਸਤੇ ਹੁੰਦਾ ਆ, ਪਰ ਜਦੋਂ ਇਹ ਸਮਾਂ ਖਤਮ ਹੁੰਦਾ ਆ, ਇਸ ਤੋਂ ਬਾਅਦ ਈਦ ਦਾ ਜਿਹੜਾ ਤਿਉਹਾਰ ਆ ਉਹ ਆਉਂਦਾ ਆ, ਉਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹਦੇ ਬਾਰੇ ਕੀ ਤੁਸੀਂ ਮਨਾਉਂਦੇ, ਕਿਵੇਂ ਕਰਦੇ ਹੋ ਸਾਰਾ ਕੁਛ। ਈਦ ਦੇ ਮੁਤਲਕ ਗੱਲ ਕਰਨ ਤੋਂ ਪਹਿਲੇ ਇੱਕ ਛੋਟਾ ਜਿਹਾ ਜਿਹੜਾ ਉਮੈਰ ਸਾਹਿਬ ਨੇ ਜਿਹੜਾ ਪੁਆਇੰਟ ਬਿਆਨ ਕੀਤਾ ਹੈ ਨਾ, ਇਸ ਨੂੰ ਮੈਂ 2 ਪੁਆਇੰਟਸ ਬਣਦੇ ਨੇ ਆਖਰ 'ਤੇ ਰਮਜ਼ਾਨ ਦੇ ਹਵਾਲੇ ਨਾਲ, ਕਿ ਰਮਜ਼ਾਨ ਦਾ ਅਸਲ ਮਕਸਦ ਜਿਹੜਾ ਵੇ ਇੱਕ ਇਹ ਵੇ ਕਿ ਇਨਸਾਨ ਖੁਦਾ ਦੇ ਕਰੀਬ ਜਾਏ, ਔਰ ਦੂਸਰਾ ਇਹਦਾ ਮਕਸਦ ਹੈ ਜਦੋਂ ਇਨਸਾਨ ਭੁੱਖਾ ਰਹਿੰਦਾ ਤੇ ਫਿਰ ਜਿਹੜੇ ਗਰੀਬ ਔਰ ਜ਼ਰੂਰਤਮੰਦ ਔਰ ਭੁੱਖੀਆਂ ਅਕਵਾਮ ਜਿਹੜੇ ਨੇ, ਜ਼ਰੂਰਤਮੰਦ ਜਿਹੜੇ ਨੇ, ਜਿਨ੍ਹਾਂ ਨੂੰ 24 ਘੰਟੇ ਦੇ ਵਿੱਚ ਬਾਅਦ ਵਕਤ 1 ਜਾਂ 2 ਟਾਈਮ ਦੀ ਰੋਟੀ ਵੀ ਮੁਸ਼ਕਿਲ ਨਾਲ ਮਿਲਦੀ ਹੈ, ਉਹਨਾਂ ਦੀ ਦੁੱਖ ਤਕਲੀਫ ਨੂੰ ਇਨਸਾਨ ਉਸ ਵਕਤ ਸਮਝਦਾ ਜਦੋਂ ਖੁਦ ਵੀ ਭੁੱਖਾ ਹੋਏਗਾ। ਤੇ ਸਹੀ। ਤੇ ਇੱਕ ਮਕਸਦ ਖੁਦਾ ਦੇ ਕਰੀਬ ਜਾਣਾ ਤੇ ਦੂਸਰਾ ਮਕਸਦ ਹੈ ਅੱਲਾ ਦੀ ਮਖਲੂਕ ਦੇ ਕਰੀਬ ਹੋਣਾ, ਅੱਲਾ ਦੀ ਮਖਲੂਕ ਦੀ ਹਮਦਰਦੀ ਤੇ ਮੁਹੱਬਤ ਹਾਸਲ ਕਰਨਾ। ਤੇ ਇਹ 2 ਹੀ ਬੁਨਿਆਦੀ ਚੀਜ਼ਾਂ ਨੇ ਕਿ ਇਨਸਾਨ ਆਪਣੇ ਪੈਦਾ ਕਰਨ ਵਾਲੇ ਦੇ ਨਾਲ ਇੱਕ ਅੱਛਾ ਮਜ਼ਬੂਤ ਤਾਲੁਕ ਪੈਦਾ ਕਰੇ, ਔਰ ਇੱਕ ਉਹਦੀ ਮਖਲੂਕ ਦੇ ਨਾਲ ਜਿਹੜਾ ਨਾ ਤਾਲੁਕ ਪੈਦਾ ਕਰੇ। ਤੇ ਇਹ ਰੋਜ਼ੇ ਦੇ ਨਾਲ ਇਹ ਦੋਵੇਂ ਤਾਲੁਕ ਜਿਹੜੇ ਨੇ, ਦੋਵੇਂ ਮਕਸਦ ਜਿਹੜੇ ਨੇ, ਪਰਪਸ, ਇਹ ਇਨਸਾਨ ਜਿਹੜਾ ਨਾ ਉਹ ਹਾਸਲ ਕਰ ਲੈਂਦਾ। ਸੋ ਜਿਹੜਾ ਰਮਜ਼ਾਨ ਦਾ ਮਹੀਨਾ ਆ, ਉਹਦੇ 'ਚ ਖੁਦਾ ਦੇ ਜਾਂ ਰੱਬ ਦੇ ਨੇੜੇ ਜਾਣਾ ਪਲੱਸ ਇਨਸਾਨਾਂ ਦੇ ਨੇੜੇ ਆਉਣਾ ਜਿਹੜਾ ਆ ਉਹ ਮੁੱਖ ਮੰਤਵ ਆ। ਬਿਲਕੁਲ। ਅਤੇ ਇਸ ਤੋਂ ਬਾਅਦ ਨਾਸਿਰ ਜੀ ਅਤੇ ਉਮੇਰ ਜੀ ਸਾਨੂੰ ਕੁਛ ਦੱਸੋ ਕਿ ਈਦ ਦਾ ਜਿਹੜਾ ਤਿਉਹਾਰ ਆ ਉਹ ਕਿਵੇਂ ਮਨਾਇਆ ਜਾ ਰਿਹਾ ਹੈ। ਇਹ ਜੇ ਕੈਲਗਰੀ 'ਚ ਜਿਹੜੇ ਸਾਡੇ ਵਿਊਅਰਸ ਨੇ ਸਾਰੇ, ਉਹਨਾਂ ਨੂੰ ਜ਼ਰੂਰ ਪਤਾ ਹੋਵੇ ਕਿ ਕਿੱਥੇ ਆਪਾਂ ਜਾ ਕੇ। ਈਦ ਦੇ ਮੁਤਲਕ, ਈਦ ਦਾ ਮਤਲਬ ਹੈ ਖੁਸ਼ੀ, ਰਿਜੋਇਸ, ਜਿਹੜਾ ਨਾ ਖੁਸ਼ੀ ਜਿਹੜੀ ਹੈ ਨਾ ਉਹ ਮਿਲਦੀ ਹੈ। ਔਰ ਇਹਦਾ ਵੀ ਤਾਲੁਕ ਰੋਜ਼ਿਆਂ ਦੇ ਨਾਲ ਇਸ ਤਰ੍ਹਾਂ ਹੈ ਕਿ ਜਦੋਂ 1 ਮਹੀਨਾ ਅਸੀਂ ਸਬਰ ਕਰਨੇ ਆ, ਬਰਦਾਸ਼ਤ ਕਰਨੇ ਆ ਅੱਲਾ ਦੀ ਖਾਤਰ, ਜਿਹੜਾ ਨਾ ਇੱਕ ਸਾਰਾ ਅਮਲ 'ਚੋਂ ਗੁਜ਼ਰਨੇ ਆ, ਤੇ ਇਹ ਸਬਰ ਦਾ ਫਿਰ ਅੱਲਾਹ ਤਾਲਾ ਰਮਜ਼ਾਨ ਦੇ ਐਂਡ ਦੇ ਉੱਤੇ ਸਾਨੂੰ ਖੁਸ਼ੀ ਦੀ ਸ਼ਕਲ ਦੇ ਵਿੱਚ ਇੱਕ ਜਿਹੜਾ ਨਾ ਉਹ ਇਹ ਫੈਸਟੀਵਲ ਜਿਹੜਾ ਹੈ, ਤਿਉਹਾਰ ਜਿਹੜਾ ਹੈ, ਇਹ ਸਾਨੂੰ ਮਨਾਉਣ ਦੀ ਜਿਹੜੀ ਹੈ ਨਾ ਉਹ ਹਦਾਇਤ ਹੈ ਕਿ ਹੁਣ ਤੁਸੀਂ ਪੂਰਾ ਮਹੀਨਾ ਭੁੱਖੇ ਵੀ ਰਹੇ, ਹੋਰ ਵੀ ਬੜੀਆਂ ਮਿਹਨਤਾਂ ਕੋਸ਼ਿਸ਼ਾਂ ਜਿਹੜੀਆਂ ਨਾ ਉਹ ਕੀਤੀਆਂ ਅੱਲਾ ਦੇ ਤੇ ਉਹਦੇ ਲੋਕਾਂ ਦੇ ਕਰੀਬ ਜਾਣ ਦੀਆਂ, ਤੇ ਹੁਣ ਇਸ ਕੁਰਬਾਨੀ ਜਿਹੜੀ ਤੁਸੀਂ ਕੀਤੀ ਹੈ ਉਹਦੇ ਨਤੀਜੇ 'ਚ ਤੁਹਾਨੂੰ ਹੁਣ ਖੁਸ਼ੀ ਇੱਕ ਦਿੰਦੇ ਆ। ਤੇ ਅੱਜ ਦਾ ਦਿਨ ਜਿਹੜਾ ਖੂਬ ਖਾਓ ਪੀਓ, ਹੱਲਾ ਗੁੱਲਾ ਕਰੋ, ਔਰ ਇੱਕ ਦੂਸਰੇ ਨੂੰ ਮੇਲ ਮੁਲਾਕਾਤ ਕਰੋ, ਪਿਆਰ ਮੁਹੱਬਤ ਐਕਸਚੇਂਜ ਕਰੋ, ਤੋਹਫੇ ਐਕਸਚੇਂਜ ਕਰੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਈਦ ਵਾਲੇ ਦਿਨ ਜਿਹੜੇ ਨੇ ਨਾ ਇਹ ਸਾਰੇ ਕੰਮ ਹੁੰਦੇ ਨੇ। ਈਦ ਜੋ ਹੀ ਰਮਜ਼ਾਨ ਜਿਸ ਰਾਤ ਨੂੰ ਰੋਜ਼ਾ ਆਖਰੀ ਜਿਹੜਾ ਨਾ ਉਹ ख़त्म ਕਰੀਦਾ, ਨਾਲ ਹੀ ਜਿਹੜਾ ਵੇ ਈਦ ਦੇ ਕੰਮ ਜਿਹੜੇ ਨੇ, ਈਦ ਦੀਆਂ ਖੁਸ਼ੀਆਂ ਜਿਹੜੀਆਂ ਨਾ ਉਹ ਸ਼ੁਰੂ ਹੋ ਜਾਂਦੀਆਂ ਨੇ। ख़ास तौर 'ਤੇ ਜਿਹੜੀਆਂ ਨੇ ਬੱਚੀਆਂ, ਉਹਨਾਂ ਦਾ ਜ਼ਰਾ ਜ਼ਿਆਦਾ ਹੁੰਦਾ, ਮਹਿੰਦੀਆਂ ਲਾ, ਹੋਰ ਤਿਆਰੀਆਂ, ਕੱਪੜੇ ਨਵੇਂ, ਇੱਧਰ ਸਾਰੀ ਤਿਆਰੀ ਜਿਹੜੀ ਹੈ ਨਾ ਉਹਨਾਂ ਦੀ ਉਹ ਹੁੰਦੀ ਹੈ। ਰਮਜ਼ਾਨ ਦੇ ਬਾਅਦ ਇਹ ਜਦੋਂ ਈਦ ਆਉਂਦੀ ਹੈ ਤੇ ਈਦ ਵਾਲੇ ਦਿਨ ਦਾ ਜਿਹੜਾ ख़ास तौर 'ਤੇ ਜਿਹੜਾ ਫੰਕਸ਼ਨ ਹੁੰਦਾ, ਸਾਡੀ ਖੁਸ਼ੀ ਦੇ ਵਿੱਚ ਵੀ ਬੁਨਿਆਦੀ ਚੀਜ਼ ਹੁੰਦੀ ਹੈ ਕਿ ਹੁਣ ਅੱਲਾ ਦਾ ਸ਼ੁਕਰ ਕੀਤਾ ਜਾਏ ਕਿ ਸਾਨੂੰ ਅੱਲਾ ਨੇ ਹਿੰਮਤ ਤੌਫੀਕ ਦਿੱਤੀ ਰੋਜ਼ੇ ਰੱਖਣ ਦੀ, ਸਾਰਾ ਜਿਹੜਾ ਵੇ ਉਸ ਫਿਰ ਸ਼ੁਕਰ ਦਾ ਇਜ਼ਹਾਰ ਜਿਹੜਾ ਈਦ ਵਾਲੇ ਦਿਨ ਸਾਡਾ ਮੇਨ ਜਿਹੜਾ ਫੰਕਸ਼ਨ ਹੁੰਦਾ ਉਹ ਈਦ ਦੀ ਨਮਾਜ਼ ਹੁੰਦੀ ਹੈ, ਜਿਹੜੀ ਤਕਰੀਬਨ 10 ਵਜੇ ਦੇ ਲਗਭਗ ਜਿਹੜੀ ਹੈ ਨਾ ਉਹ ਪੜ੍ਹੀ ਜਾਂਦੀ ਹੈ ਸੁਬਹ ਜਿਹੜੀ ਹੈ।
ਔਰ ਉਸ ਦੇ ਵਿੱਚ ਤਮਾਮ ਮਰਦ ਔਰਤਾਂ ਬੱਚੇ ਸਭ ਜਿਹੜੇ ਨੇ ਨਾ ਉਹ ਆਪਣੇ ਜੈਸੀ ਵੀ ਕਿਸੇ ਨੂੰ ਹਿੰਮਤ ਤੌਫੀਕ ਹੈ ਵੇ ਸਾਫ ਸੁਥਰੇ ਨਏ ਖੂਬਸੂਰਤ ਕੱਪੜੇ ਜਿਹੜੇ ਨੇ ਨਾ ਉਹ ਪਾ ਕੇ ਲੋਕ ਬੱਚੇ ਵੱਡੇ ਸਾਰੇ ਜਿਹੜੇ ਨੇ ਨਾ ਉਹ ਸ਼ਾਮਿਲ ਹੁੰਦੇ ਨੇ। ਔਰ ਈਦ ਦੇ ਮੌਕੇ ਦੇ ਉੱਤੇ ਫਿਰ ਜਿਹੜੀ ਹੈ ਨਾ ਇਹ ਨਮਾਜ਼ ਬੁਨਿਆਦੀ ਤੌਰ 'ਤੇ ਹੁੰਦੀ ਹੈ ਔਰ ਨਮਾਜ਼ ਤੋਂ ਬਾਅਦ ਫਿਰ ਜਿਹੜੇ ਨੇ ਨਾ ਆਪਸ ਦੇ ਵਿੱਚ ਮੇਲ ਮੁਲਾਕਾਤਾਂ ਉੱਥੇ ਮਸਜਿਦ ਦੇ ਵਿੱਚ ਹੀ। ਮੈਂ ਨਾਲ ਇਹ ਵੀ ਦੱਸ ਦਿਆਂ ਕਿ ਇਸ ਸਾਲ ਕੈਲਗਰੀ ਦੇ ਵਿੱਚ ਮਸਜਿਦ ਬੈਤੁਨ ਨੂਰ ਦੇ ਵਿੱਚ ਕੈਲਗਰੀ ਦੇ ਵਿੱਚ ਜਿਹੜੀ ਹੈ ਨਾ ਨਮਾਜ਼ ਈਦ ਅਸੀਂ ਜਿਹੜੀ ਹੈ ਨਾ ਉਹ ਪੜ੍ਹਾਂਗੇ। ਅਹਿਮਦੀਆ ਮੁਸਲਿਮ ਜਮਾਤ ਤੇ ਬਹੁਤ ਸਾਰੇ ਹੋਰ ਵੀ ਲੋਕ ਜਿਹੜੇ ਵੀ ਆਉਣਾ ਚਾਹੁੰਦੇ ਨੇ। ਮਸਜਿਦ ਖੁਦਾ ਦਾ ਘਰ ਹੈ, ਖੁਦਾ ਦਾ ਘਰ ਸਾਰਿਆਂ ਵਾਸਤੇ ਖੁੱਲ੍ਹਾ ਹੈ, ਜਿਹੜਾ ਵੀ ਕੋਈ ਆਉਣਾ ਚਾਹੇ ਆ ਸਕਦਾ ਹੈ, ਨਮਾਜ਼ ਪੜ੍ਹ ਸਕਦਾ ਹੈ, ਅੱਲਾ ਕਰ ਸਕਦਾ ਹੈ। ਅਤੇ ਅਸੀਂ ਮਸਜਿਦ ਦੇ ਜਿਹੜਾ ਬੈਤੁਨ ਨੂਰ ਮਸਜਿਦ ਜਿਹੜੀ ਨਾਰਥ ਈਸਟ ਦੇ ਵਿੱਚ ਔਰ ਇਹ ਕੈਨੇਡਾ ਦੀ ਸਭ ਤੋਂ ਵੱਡੀ ਮਸਜਿਦ ਹੈ ਜਿਹੜੀ ਇਹ ਵੀ ਸਾਨੂੰ ਬੜੀ ਵੱਡੀ ਇਹ ਤਾਂ ਮਤਲਬ ਮੇਰੇ ਖਿਆਲ ਤੋਂ ਸਾਡੇ ਅੱਧੇ ਵਿਊਅਰਸ ਨੂੰ ਨਹੀਂ ਪਤਾ ਹੋਣਾ, ਇਹ ਤਾਂ ਮੈਨੂੰ ਅੱਜ ਪਤਾ ਲੱਗਿਆ। ਅੱਛਾ, ਕੈਲਗਰੀ ਦੀ ਸਭ ਤੋਂ ਵੱਡੀ ਪਹਿਲੇ ਤਾਂ ਇਹ ਹੁਣ ਇਸ ਵਕਤ ਵਨ ਆਫ ਦੀ ਲਾਰਜੈਸਟ ਮਾਸਕ ਇਨ ਨਾਰਥ ਅਮਰੀਕਾ, ਇੱਕ ਅਮਰੀਕਾ ਦੇ ਵਿੱਚ ਮਸਜਿਦ ਹੈ ਜਿਹੜੀ ਥੋੜ੍ਹੀ ਜਿਹੀ ਇਸ ਤੋਂ ਵੱਡੇ ਏਰੀਆ ਦੀ ਹੈ ਬਣ ਰਹੀ। ਲੇਕਿਨ ਕੈਨੇਡਾ ਦੇ ਵਿੱਚ ਫਿਲਹਾਲ ਵੀ ਸਭ ਤੋਂ ਵੱਡੀ ਮਸਜਿਦ ਹੈ ਕੈਲਗਰੀ ਦੇ ਵਿੱਚ ਜਿਹੜੀ ਹੈ ਬੈਤੁਨ ਨੂਰ ਮਸਜਿਦ ਜਿਹੜੀ ਹੈ। ਅਤੇ ਇੱਥੇ ਜਿਹੜਾ ਮਾਣ ਹੈ ਜੀ ਸ਼ਹਿਰ ਦਾ ਹੋਰ ਮਹਿਸੂਸ ਮੈਨੂੰ ਜ਼ਿਆਦਾ ਹੁੰਦਾ ਹੈ ਕਿ ਅਸੀਂ ਇਸੇ ਸ਼ਹਿਰ 'ਚ ਰਹਿੰਦੇ ਹਾਂ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਉਂਦੇ ਨੇ ਔਰ ਇਸ ਸ਼ੌਕ ਨਾਲ ਪਹੁੰਚਦੇ ਨੇ ਕਿ ਕੈਨੇਡਾ ਦੀ ਸਭ ਤੋਂ ਵੱਡੀ ਮਸਜਿਦ ਜਿਹੜੀ ਹੈ ਨਾ ਅਸੀਂ ਵਿਜ਼ਿਟ ਕਰਨਾ ਚਾਹੁੰਦੇ ਹਾਂ। ਔਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਔਰ ਇੰਡੀਵਿਜੂਅਲਸ ਜਿਹੜੇ ਨੇ ਇੱਥੋਂ ਕੈਨੇਡਾ ਦੇ ਵਿੱਚੋਂ ਵੀ ਕੈਨੇਡਾ ਤੋਂ ਬਾਹਰ ਤੋਂ ਵੀ ਜਿਹੜੇ ਨੇ ਬਾਜ਼ ਔਕਾਤ ਅੱਜ ਕੱਲ੍ਹ ਚੂँਕਿ ਸਮਰ ਹੈ USA ਤੋਂ ਵੀ ਲੋਕ ਬਹੁਤ ਸਾਰੇ ਜਿਹੜੇ ਨੇ ਉਹ ਵਿਜ਼ਿਟ ਕਰਨ ਵਾਸਤੇ ਆਉਂਦੇ ਨੇ ਬੈਂਫ ਔਰ ਇਸ ਇਲਾਕੇ ਦਾ। ਅਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਮਸਜਿਦ ਹੈ ਸਭ ਤੋਂ ਵੱਡੀ ਕੈਨੇਡਾ ਦੀ, ਉਹ ਫਿਰ ਜ਼ਰੂਰ ਕੋਸ਼ਿਸ਼ ਕਰਦੇ ਨੇ ਕਿ ਅਸੀਂ ਮਸਜਿਦ ਦਾ ਵੀ ਵਿਜ਼ਿਟ ਕਰੀਏ। ਸਹੀ। ਅਤੇ ਇਸ ਤੋਂ ਬਾਅਦ ਜਿਹੜਾ ਈਦ ਦਾ ਤਿਉਹਾਰ ਹੈ, ਜੇ ਮੰਨਿਆ ਜਾਵੇ ਕਿ ਜਿਹੜਾ ਰਮਜ਼ਾਨ ਦੇ ਮਹੀਨੇ 'ਚ ਸ਼ੁਰੂ ਹੋਇਆ, ਇੱਕ ਬੀਜ ਬੋਇਆ ਸੀਗਾ, ਤਾਂ ਉਹ ਪੌਦਾ ਵੱਡਾ ਹੋ ਕੇ ਜਿਹੜਾ ਫਲ ਆ ਉਹ ਸਾਡੇ ਕੋਲ ਈਦ ਦੇ ਤੌਰ 'ਤੇ ਆਉਂਦਾ ਜੀ। ਬਿਲਕੁਲ, ਈਦ ਇੱਕ ਖੁਸ਼ੀ ਦੇ ਤੌਰ 'ਤੇ ਫਿਰ ਅੱਲਾਹ ਤਾਲਾ ਮੁਸਲਮਾਨਾਂ ਨੂੰ ਜਿਹੜਾ ਨਾ ਉਹ ਅਤਾ ਕਰਦਾ ਔਰ ਇਸ ਖੁਸ਼ੀ ਦੇ ਵਿੱਚ ਭਰਪੂਰ ਤਰੀਕੇ ਦੇ ਨਾਲ ਸਾਰੇ ਮੁਸਲਮਾਨ ਛੋਟੇ ਵੱਡੇ ਮਰਦ ਔਰਤਾਂ ਬੱਚੇ ਸਭ ਜਿਹੜੇ ਨੇ ਉਹ ਸ਼ਾਮਿਲ ਹੁੰਦੇ ਨੇ। ਔਰ ਇਹ ਤਕਰੀਬਨ ਕੋਈ ਮੈਕਸੀਮਮ ਘੰਟੇ ਦੇ ਲਗਭਗ ਦਾ ਜਿਹੜਾ ਨਾ ਈਦ ਦੀ ਨਮਾਜ਼ ਦਾ ਜਿਹੜਾ ਨਾ ਟਾਈਮ ਹੁੰਦਾ ਹੈ। ਔਰ ਉਸ ਤੋਂ ਬਾਅਦ ਫਿਰ ਸਾਰਾ ਦਿਨ ਜਿਹੜਾ ਨਾ ਮੇਲ ਮੁਲਾਕਾਤਾਂ, ਕੁਛ ਟਾਈਮ ਮਸਜਿਦ ਦੇ ਵਿੱਚ ਲੋਕ ਜਿਹੜੇ ਨਾ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਮਿਲਦੇ ਨੇ। ਫਿਰ ਉਸ ਤੋਂ ਬਾਅਦ ਫੈਮਲੀਜ਼ ਦੂਸਰੀਆਂ ਫੈਮਲੀਜ਼ ਦੀ ਤਰਫ ਜਿਹੜੀਆਂ ਨਾ ਵਿਜ਼ਿਟ ਕਰਦੀਆਂ ਨੇ ਔਰ ਐਕਸਚੇਂਜ ਕਰਦੇ ਨੇ ਆਪਣੇ ਪਿਆਰ ਮੁਹੱਬਤ ਨੂੰ ਜਿਹੜਾ ਵੇ। ਅਤੇ ਇਹ ਸਭ ਤੋਂ ਵੱਡਾ ਮਕਸਦ ਹੈ। ਇਸੇ ਚੀਜ਼ ਦੀ ਸਭ ਤੋਂ ਜ਼ਿਆਦਾ ਸਾਨੂੰ ਜ਼ਰੂਰਤ ਹੈ ਕਿ ਪਿਆਰ ਮੁਹੱਬਤ ਜਿਹੜਾ ਵੇ ਇਹ ਸਿਰਫ ਆਪਣੇ ਤੱਕ ਨਾ ਮਹਿਦੂਦ ਰੱਖੀਏ ਕੋਈ ਵੀ, ਬਲਕਿ ਇਹਦੇ ਵਿੱਚ ਇਹ ਤਾਂ ਬੜਾ ਖੂਬਸੂਰਤ ਮੁਲਕ ਹੈ ਕੈਨੇਡਾ, ਜਿੱਥੇ ਹਰ ਕਿਸਮ ਦੀ ਕਮਿਊਨਿਟੀਜ਼ ਔਰ ਮੁਖਤਲਿਫ ਫੇਥ ਦੇ ਲੋਕ ਜਿਹੜੇ ਨੇ ਉਹ ਪਾਏ ਜਾਂਦੇ ਨੇ, ਮੌਜੂਦ ਨੇ, ਸਾਨੂੰ ਬਾਰ-ਬਾਰ ਨਜ਼ਰ ਆਉਂਦੇ ਨੇ। ਅਤੇ ਇਹ ਪਿਆਰ ਮੁਹੱਬਤ ਸਾਰਿਆਂ ਦੇ ਨਾਲ ਸਾਂਝਾ ਕਰੀਏ। ਸੋ ਨਾਸਿਰ ਜੀ, ਇੱਕ ਤਾਂ ਈਦ ਆਪਾਂ ਕਿਹੜੀ ਤਰੀਕ ਨੂੰ ਮਨਾ ਰਹੇ ਹਾਂ, ਅਤੇ ਜੇ ਕੋਈ ਹੋਰ ਇਵੈਂਟ ਵੀ ਅਸੀਂ ਔਰਗੇਨਾਈਜ਼ ਕਰ ਰਹੇ ਹਾਂ ਰੋਜ਼ਿਆਂ ਦੇ ਦਰਮਿਆਨ ਤਾਂ ਉਹਦੇ ਬਾਰੇ ਜ਼ਰੂਰ ਦੱਸੋ। ਮੈਂ ਦੋਸਤਾਂ ਨੂੰ, ਸੁਣਨ ਵਾਲਿਆਂ ਨੂੰ, ਸਭ ਨੂੰ ਜਿਹੜਾ ਨਾ ਉਹ ਦੱਸਣਾ ਚਾਹੁੰਦਾ ਵਾਂ ਕਿ ਈਦ ਦਾ ਤਿਉਹਾਰ ਜਿਹੜਾ ਹੈ ਉਹ ਤਾਂ ਅਸੀਂ 29 ਜੁਲਾਈ ਨੂੰ ਜਿਹੜਾ ਨਾ ਉਹ ਹੋਏਗਾ। ਔਰ ਉਹਦੀ ਜਿਹੜੀ ਟਾਈਮਿੰਗ ਹੈ ਉਹ ਬਾਅਦ ਦੇ ਵਿੱਚ ਵੀ ਦੱਸੀ ਜਾ ਸਕਦੀ ਹੈ। ਤਕਰੀਬਨ 10 ਵਜੇ ਆਮ ਤੌਰ 'ਤੇ ਅਸੀਂ ਈਦ ਦੀ ਨਮਾਜ਼ ਜਿਹੜੀ ਹੈ ਨਾ ਉਹ ਪੜ੍ਹਨੇ ਆ ਔਰ ਤਕਰੀਬਨ 1 ਘੰਟੇ ਦੇ ਲਗਭਗ ਜਿਹੜਾ ਨਾ ਉਹ ਪ੍ਰੋਗਰਾਮ ਸਾਰਾ ਈਦ ਦਾ ਜਿਹੜਾ ਨਾ ਉਹ ਨਮਾਜ਼ ਦਾ ਹੁੰਦਾ ਹੈ। ਸੋ ਇਹ ਸਵੇਰ ਦੇ 10 ਵਜੇ? ਸੁਬਹ 10 ਵਜੇ। ਠੀਕ ਹੈ ਜੀ। ਸੋ ਸੁਬਹ 10 ਵਜੇ ਜੀ ਈਦ ਦੀ ਨਮਾਜ਼ ਜਿਹੜੀ ਆ ਉਹ ਪੜ੍ਹੀ ਜਾਊਗੀ 29 ਜੁਲਾਈ ਨੂੰ। ਅਤੇ ਆਪਣੇ ਕੈਲਗਰੀ ਨਾਰਥ ਈਸਟ 'ਚ ਤੁਸੀਂ ਵੀ ਹੋਵੋਗੇ ਉੱਥੇ ਹੀ? ਬਿਲਕੁਲ, ਅਸੀਂ ਉੱਥੇ ਹੋਵਾਂਗੇ, ਨਮਾਜ਼ ਇਕੱਠੇ ਪੜ੍ਹਾਂਗੇ ਸਾਰੇ ਜਿਹੜੇ। ਔਰ ਦੂਸਰਾ ਪ੍ਰੋਗਰਾਮ ਇੱਕ ਰਮਜ਼ਾਨ ਦੇ ਵਿੱਚ 18 ਜੁਲਾਈ ਨੂੰ ਅਸੀਂ ਇੱਕ ਪ੍ਰੋਗਰਾਮ ਕਰ ਰਹੇ ਹਾਂ। 18 ਜੁਲਾਈ ਨੂੰ ਬੁਨਿਆਦੀ ਤੌਰ 'ਤੇ ਰਮਜ਼ਾਨ ਦੇ ਨਾਲ ਰਿਲੇਟਿਡ ਜਿਹੜੀ ਹੈ ਨਾ ਬਹੁਤ ਸਾਰੇ ਲੋਕਾਂ ਨੂੰ, ਸਾਡੇ ਮਹਿਮਾਨਾਂ ਨੂੰ, ਦੂਸਰੇ ਫੇਥ ਦੇ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਕੋਈ ਵੀ ਕਿ ਰੋਜ਼ੇ ਕੀ ਚੀਜ਼ ਨੇ ਔਰ ਰੋਜ਼ੇ ਦਾ ਮਕਸਦ, ਪਰਪਸ ਔਰ ਸਾਰਾ ਜਿਹੜਾ ਵੀ ਰਿਲੇਟਿਡ ਮੈਟਰਸ ਜਿਹੜੇ ਨੇ ਉਹਦੇ ਵਾਸਤੇ ਇੱਕ 18 ਜੁਲਾਈ ਨੂੰ
8:30 ਵਜੇ ਸ਼ਾਮ ਨੂੰ ਪ੍ਰੋਗਰਾਮ ਹੋਏਗਾ ਔਰ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀਆਂ ਇਹਨਾਂ ਦੋਸਤਾਂ ਨੂੰ ਦਿੱਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਫਿਰ ਜਿਹੜਾ ਨਾ ਅਫਤਾਰ ਡਿਨਰ ਅਸੀਂ ਜਿਹੜਾ ਨਾ ਉਹ ਸਾਰੇ ਮਹਿਮਾਨ ਜਿੰਨੇ ਵੀ ਮੈਂ ਇਸ ਦੇ ਥਰੂ ਵੀ ਚੱਕ ਦੇ ਟੀਵੀ ਦੇ ਥਰੂ ਵੀ ਜਿਹੜਾ ਨਾ ਉਹ ਸਾਰੇ ਸੁਣਨ ਵਾਲਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਵਾ, ਇਨਵਾਈਟ ਕਰਨਾ ਵਾ ਕਿ 18 ਜੁਲਾਈ ਨੂੰ 8:30 ਵਜੇ ਸ਼ਾਮ ਨੂੰ ਤਸ਼ਰੀਫ ਲਿਆਉਣ ਔਰ ਸਾਡੇ ਨਾਲ ਬੈਠ ਕੇ ਆਪਣੇ ਵਿਚਾਰ ਵੀ ਸਾਂਝੇ ਕਰਨ ਅਤੇ ਨਾਲ ਫਿਰ ਸ਼ਾਮ ਨੂੰ ਇਕੱਠੇ ਬਹਿ ਕੇ ਖਾਣਾ ਸ਼ਾਣਾ ਵੀ ਖਾਵਾਂਗੇ। ਬਿਲਕੁਲ ਜੀ, ਜਾਣਕਾਰੀ ਜਿਹੜੀ ਤੁਸੀਂ ਦਿੱਤੀ ਆ ਬਹੁਤ ਮੁੱਲਵਾਨ ਆ ਅਤੇ ਸਾਨੂੰ ਬਹੁਤ ਵਧੀਆ ਲੱਗਿਆ। ਅਤੇ ਉਮੇਰ ਜੀ, ਕੋਈ ਆਖਰੀ ਸੰਦੇਸ਼ ਸਾਡੇ ਛੋਟੇ ਬੱਚਿਆਂ ਵਾਸਤੇ ਜਾਂ ਵੱਡੇ ਜਿਹੜੇ ਨੇ ਉਹ ਇੰਗਲਿਸ਼ ਸਮਝਦੇ ਨੇ ਉਹਨਾਂ ਵਾਸਤੇ? Yeah, so the message I wanted to give to the viewers is that we're fortunate enough to have the largest mosque in Canada, in Calgary. So I would love to encourage our youngsters, well, regardless of what faith they're from, to come visit our mosque, and we would love to give them a tour. If they have any questions, we'll be more than happy to answer their questions, especially in this time where because of a few extremists, Islam is getting a bad name. So we would like to clarify these things, and we encourage that people come visit the mosque and ask us these questions. ਮਤਲਬ ਕਿ ਜਿਹੜੇ ਸਹੀ ਸਿਧਾਂਤ ਨੇ ਉਹਨਾਂ ਬਾਰੇ ਜਾਣਕਾਰੀ ਜਿਹੜੀ ਆ ਉਹ ਵੀ ਦਿੱਤੀ ਜਾਊਗੀ, ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਵੀ ਜ਼ਰੂਰ ਦਿੱਤੇ ਜਾਣਗੇ। ਅਤੇ ਵੈਸਟ ਜਿਹੜਾ ਪ੍ਰੇਰੀ ਪਾਰਕ ਆ ਉਹਦੇ ਲਾਗੇ ਜਿਹੜੀ ਬੈਤਨੂਰ ਮਸਜਿਦ ਆ ਉੱਥੇ ਜਿਹੜਾ ਇਹ ਸਾਰਾ ਸਮਾਰੋਹ ਜਿਹੜਾ ਉਹ ਵੀ ਹੋਊਗਾ ਅਤੇ ਸਾਰਿਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਹੈ ਜੀ। ਅਤੇ ਬਹੁਤ ਬਹੁਤ ਧੰਨਵਾਦ ਜੀ ਨਾਸਿਰ ਮਹਿਮੂਦ ਬੱਟ ਸਾਹਿਬ ਅਤੇ ਉਮੇਰ ਖਾਨ ਸਾਹਿਬ ਸਾਡੇ ਨਾਲ ਜੁੜਨ ਵਾਸਤੇ, ਸਾਡੇ ਦਰਸ਼ਕਾਂ ਨੂੰ ਸਾਰੀ ਜਾਣਕਾਰੀ ਦੇਣ ਵਾਸਤੇ। ਬਹੁਤ ਮਿਹਰਬਾਨੀ ਅਤੇ ਸ਼ੁਕਰੀਆ ਦਵਿੰਦਰ ਜੀ, ਪ੍ਰੋਗਰਾਮ ਦੇ ਵਿੱਚ ਚੱਕ ਦੇ ਟੀਵੀ ਦੇ ਇਸ ਦੇ ਵਿੱਚ ਬੁਲਾਉਣ ਵਾਸਤੇ ਬਹੁਤ ਮਿਹਰਬਾਨੀ, ਸ਼ੁਕਰੀਆ। Thank you for having us. ਥੈਂਕ ਯੂ। ਸੋ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਅਸੀਂ ਸਾਰੇ ਮੁਸਲਿਮ ਵੀਰਾਂ ਨੂੰ ਬਹੁਤ ਸਾਰੀ ਵਧਾਈਆਂ ਦੇਣਾ ਚਾਹਾਂਗੇ ਕਿ ਇੰਨੇ ਔਖੇ ਸਮੇਂ ਦੇ ਵਿੱਚ, ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹੇ ਕਹਿਣਾ ਬਹੁਤ ਸੌਖਾ ਕੁਛ ਨਹੀਂ ਖਾਣਾ ਜਾਂ ਪੀਣਾ, ਪਰ ਰਹਿਣਾ ਬਹੁਤ ਜ਼ਿਆਦਾ ਔਖਾ ਹੁੰਦਾ ਆ। ਅਤੇ ਅਸੀਂ ਮੁਬਾਰਕਬਾਦ ਦਿੰਦੇ ਹਾਂ ਰਮਜ਼ਾਨ ਦੀਆਂ, ਅਤੇ ਈਦ ਦੇ ਵੇਲੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕੈਲਗਰੀ ਦੇ ਵਿੱਚ ਜਿਹੜੀ ਬੈਤਨੂਰ ਮਸਜਿਦ ਆ ਉੱਥੇ ਤੁਹਾਨੂੰ ਲਾਈਵ ਪ੍ਰੋਗਰਾਮ ਜੇ ਕਰ ਸਕੀਏ ਜਾਂ ਫਿਰ ਉੱਥੇ ਰਿਕਾਰਡਿੰਗ ਜਿਹੜੀ ਆ ਉਹ ਕਰਕੇ ਤੁਹਾਨੂੰ ਬਾਅਦ 'ਚ ਦਿਖਾ ਸਕੀਏ, ਤਾਂ ਆਪਣੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਅਤੇ ਤੁਸੀਂ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਕਰੀਨ 'ਤੇ ਲਿਖੇ ਹੋਏ ਫ਼ੋਨ ਨੰਬਰ ਜਾਂ ਈਮੇਲ ਦੇ ਰਾਹੀਂ। ਅਤੇ ਦੇਖਣਾ ਨਾ ਭੁੱਲਿਓ ਸਾਡਾ ਸ਼ੋਅ 1 ਆਵਰ।